ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਆਪ ਜੀ ਦੇ ਦਰਸ਼ਨ ਹੋ ਰਹੇ ਨੇ। ਤੋ ਸੰਗਤ ਜੀ, ਅੱਜ ਸਾਡੇ ਅਤੀ ਸਤਿਕਾਰਯੋਗ ਬੀਬੀ ਨਾਨਕੀ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਆਰੇ ਪਿਆਰੇ ਭੈਣ ਜੀ, ਬੇਬੇ ਜੀ, ਹੈ ਨਾ, ਬੇਬੇ ਨਾਨਕੀ ਜੀ, ਉਹਨਾਂ ਦੇ ਜੀਵਨ 'ਚ ਅਸੀਂ ਥੋੜ੍ਹੇ ਥੋੜ੍ਹੇ ਦਰਸ਼ਨ ਕਰਾਂਗੇ। ਸੋ ਬੇਬੇ ਨਾਨਕੀ ਜੀ ਦਾ ਜੀਵਨ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਬੇਬੇ ਨਾਨਕੀ ਦੀ ਖਿੱਚ ਇੰਨੀ ਸੀ, ਰੂਹਾਨੀਅਤ, ਤੇ ਵੱਡੇ ਵੱਡੇ ਗੁਰਸਿੱਖ ਭਾਈ ਭਗੀਰਥ ਜੀ ਵਰਗੇ ਵੱਡੇ, ਮਤਲਬ ਜਿਹੜੇ ਰੂਹਾਨੀਅਤ ਤੌਰ ਤੇ ਬਹੁਤ ਉਚਾਈਆਂ ਨੂੰ ਛੂਹ ਚੁੱਕੇ ਸੀਗੇ, ਉਹਨਾਂ ਦਾ ਜਦੋਂ ਮਨ ਬੇਬਲ ਹੁੰਦਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਦਾਸੀਆਂ ਤੇ ਗਏ ਹੁੰਦੇ ਸੀ ਵੀ ਹੁਣ ਬਾਬੇ ਨੂੰ ਕਿੱਥੇ ਲੱਭੀਏ, ਬੜਾ ਤੜਪ ਰਹੇ ਆ ਬਾਬਾ ਜੀ ਦੇ ਦਰਸ਼ਨ ਤੋਂ ਬਿਨਾਂ। ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿੱਧਰ ਗਏ ਹੋਏ ਨੇ। ਤਾਂ ਬੇਬੇ ਨਾਨਕੀ ਜੀ ਕੋਲ ਆਉਂਦੇ ਸਨ, ਔਰ ਬੇਬੇ ਜੀ ਵੀ ਵੈਰਾਗਮਈ ਹੁੰਦੇ ਸੀਗੇ। ਤੇ ਬੇਬੇ ਜੀ ਇਸ਼ਾਰਾ, ਜਵਾਨ ਤੋਂ ਕੁਛ ਨਹੀਂ ਸੀ ਬੋਲਦੇ, ਇਸ਼ਾਰਾ ਕਰ ਦਿੰਦੇ, ਸਾਰਿਆਂ ਨੂੰ ਸਮਝ ਲੱਗ ਜਾਂਦਾ ਸੀ ਇਸ ਦਿਸ਼ਾ ਵਿੱਚ ਗਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਸੋ ਇੰਨਾ ਕੁ ਬੇਬੇ ਨਾਨਕੀ ਜੀ ਦਾ ਜੀਵਨ, ਉਹਦੇ ਅਸੀਂ ਦਰਸ਼ਨ ਕਰਾਂਗੇ ਤਾਂ ਸਾਨੂੰ ਬਹੁਤ ਕੁਛ ਬੇਬੇ ਜੀ ਤੋਂ ਅਸੀਸਾਂ ਮਿਲਣਗੀਆਂ। ਜੀਵਨ ਦੇ ਵਿੱਚ ਕਿਵੇਂ ਜਿਹੜਾ ਹੈ ਅਚਲ ਅਡੋਲ ਰਹਿਣਾ, ਇਹ ਭਰੋਸਾ ਕਿਵੇਂ ਰੱਖਣਾ। ਸੋ ਸਾਡਾ ਭਰੋਸਾ ਖਿੰਨ ਖਿੰਨ ਡੋਲ ਜਾਂਦਾ ਜੀਵਨ ਵਿੱਚ, ਕੁਛ ਵੀ ਜਦੋਂ ਅਪਸ ਡਾਊਨਸ ਆਉਂਦੇ ਨੇ ਨਾ। ਸੋ ਬੇਬੇ ਨਾਨਕੀ ਜੀ ਦੇ ਅਸੀਂ ਜੀਵਨ ਤੋਂ ਬਹੁਤ ਕੁਛ ਸਾਨੂੰ ਅਸੀਸਾਂ ਮਿਲਣਗੀਆਂ, ਸਿੱਖਿਆਵਾਂ ਮਿਲਣਗੀਆਂ। ਸੰਗਤ ਜੀ, ਬੇਬੇ ਜੀ ਦਾ ਜਿਹੜਾ ਜਨਮ ਹੋਇਆ, ਇਹ ਹੋਇਆ 1464 ਦੇ ਵਿੱਚ। ਲਾਹੌਰ ਡਿਸਟ੍ਰਿਕਟ ਆ, ਤੇ ਉਹਦਾ ਚਾਹਲ ਪਿੰਡ ਆ, ਨਾਨਕਿਆਂ ਦੇ ਘਰ ਵਿੱਚ ਹੋਇਆ। ਕਿਉਂਕਿ ਅੱਗੇ ਇਸ ਤਰ੍ਹਾਂ ਸਿਸਟਮ ਹੁੰਦਾ ਸੀ ਕਿ ਬੱਚੀਆਂ, ਉਹ ਮਾਵਾਂ ਜਿਨ੍ਹਾਂ ਦੇ ਬੱਚੇ ਨੂੰ, ਜਿਨ੍ਹਾਂ ਨੇ ਜਨਮ ਦੇਣਾ ਹੁੰਦਾ ਸੀ, ਜਨਮ ਦੇਣ ਦੇ ਸਮੇਂ ਉਹ ਪੇਕੇ ਚਲੀਆਂ ਜਾਂਦੀਆਂ ਸਨ। ਉਦੋਂ ਇਸ ਤਰ੍ਹਾਂ ਦਾ ਇੱਕ ਰਿਵਾਜ ਹੁੰਦਾ ਸੀਗਾ। ਸੋ ਉਦੋਂ ਬੇਬੇ ਨਾਨਕੀ ਜੀ ਦੇ ਮਾਤਾ ਜੀ, ਜਿਹੜੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮਾਤਾ ਜੀ ਨੇ, ਮਾਤਾ ਤ੍ਰਿਪਤਾ ਜੀ, ਉਹ ਫਿਰ ਆਪਣੇ ਪੇਕੇ ਚਲ ਗਏ ਸਨ। ਉੱਥੇ ਤੇ ਬੇਬੇ ਨਾਨਕੀ ਜੀ ਉਹ ਨਾਨਕੇ ਹੋ ਗਏ। ਸੋ ਆਪਣੇ ਨਾਨਕੇ ਘਰ ਵਿੱਚ ਇਹਨਾਂ ਦਾ ਜਨਮ ਹੋਇਆ, ਚਾਹਲ ਪਿੰਡ। ਨਾਨਾ ਜੀ ਭਾਈ ਰਾਮਾ ਜੀ ਆ, ਨਾਨੀ ਜੀ ਮਾਤਾ ਬਿਹਾਰੀ ਜੀ ਨੇ। ਸੋ ਪਹਿਲੀ ਬੱਚੀ ਆ ਘਰ ਦੇ ਵਿੱਚ, ਬੜੇ ਚਾਵਾਂ ਲਾਡਾਂ ਦੇ ਨਾਲ ਵੈਲਕਮ ਕੀਤਾ ਗਿਆ। ਸੋ ਉਸ ਸਮੇਂ ਜ਼ਮਾਨਾ ਇਹੋ ਜਿਹਾ ਸੀ ਕਿ ਲੜਕੀਆਂ ਨੂੰ ਨਹੀਂ ਸੀ ਕੋਈ ਚਾਹੁੰਦਾ ਸਾਡੇ ਘਰ ਵਿੱਚ ਲੜਕੀ ਹੋਵੇ, ਲੜਕੇ ਹੀ ਹੋਣ। ਲੇਕਿਨ ਬੇਬੇ ਨਾਨਕੀ ਜੀ ਦੇ ਨਾਨਾ ਨਾਨੀ ਜੀ ਨੇ ਵੀ ਔਰ ਮਾਤਾ ਪਿਤਾ ਜੀ ਨੇ ਵੀ ਵੈਲਕਮ ਕੀਤਾ, ਵੀ ਭਾਗ ਲੱਗੇ ਸਾਡੇ ਘਰ ਵਿੱਚ ਬੱਚੀ ਆਈ ਹੈ। ਤੋ 5 ਸਾਲਾਂ ਬਾਅਦ ਬੇਬੇ ਨਾਨਕੀ ਜੀ ਤੋਂ 5 ਸਾਲਾਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਵੀ ਕਿਸੇ ਅਵਤਾਰੀ ਪੁਰਸ਼ ਨੇ ਕੋਈ ਬਹੁਤ ਰੂਹਾਨੀਅਤ, ਉਚਾਈਆਂ ਵਾਲੀਆਂ ਰੂਹਾਂ ਨੇ ਇਸ ਸੰਸਾਰ ਵਿੱਚ ਆਉਣਾ ਹੁੰਦਾ ਨਾ, ਤਾਂ ਜਿਸ ਮਾਂ ਦੇ ਪਾਸ ਉਸਨੇ ਆਉਣਾ ਹੁੰਦਾ, ਜਦੋਂ ਮਾਂ ਨੂੰ ਆਸ ਹੋ ਜਾਂਦੀ ਆ ਕਿ ਬੱਚਾ ਹੋਣ ਵਾਲਾ, ਉਹਨਾਂ ਦਿਨਾਂ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਹੈ ਕਿ ਉਹ ਮਾਵਾਂ ਨੂੰ 14 ਤਰ੍ਹਾਂ ਦੇ ਸੁਪਨੇ ਆਉਂਦੇ ਨੇ, ਜਿਹਦੇ ਅੰਦਰ ਕੋਈ ਰੂਹਾਨੀਅਤ ਰੂਹ ਪ੍ਰਵੇਸ਼ ਕਰਦੀ। 14 ਤਰ੍ਹਾਂ ਦੇ ਸੁਪਨੇ ਆਉਂਦੇ ਨੇ, ਬੜੇ ਅਲੌਕਿਕ ਲੀਲਾਵਾਂ ਵਾਲੇ, ਬੜੇ ਸੁਖਦ, ਬੜੇ ਆਨੰਦਮਈ ਸੁਪਨੇ ਹੁੰਦੇ ਨੇ। ਔਰ ਜਿੱਥੋਂ ਉਹ ਮਾਤਾ ਨੂੰ ਅਨੁਭਵ ਹੋ ਜਾਂਦਾ ਕਿ ਇਹ ਜਿਹੜਾ ਰੂਹ ਆ ਰਹੀ ਹੈ, ਬੜੀ ਭਾਰੀ ਹੈ, ਬੜੀ ਬੰਦਗੀ ਵਾਲੀ, ਬੜੀ ਹਲਕੀ ਕਲਿਆਣਕਾਰੀ ਰੂਹ ਜਿਹੜੀ ਆ ਰਹੀ ਹੈ। ਸੋ ਕਹਿੰਦੇ ਨੇ ਆਮ ਤਾਂ ਮਾਵਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਬੜੇ ਕਸ਼ਟ ਹੁੰਦੇ ਆ, ਕੋਈ ਤਰ੍ਹਾਂ ਦਾ ਖਾ ਨਹੀਂ ਸਕਦੀ, ਬੈਠਣ ਉੱਠਣ 'ਚ ਵੀ ਤਕਲੀਫ ਹੋਣ ਲੱਗ ਜਾਂਦੀ ਹੈ, ਕਈ ਵਾਰ ਨੈਗੇਟਿਵਿਟੀ ਆ ਜਾਂਦੀ, ਚਿੜਚਿੜਾਪਨ ਆ ਜਾਂਦਾ ਸੁਭਾਅ ਦੇ ਵਿੱਚ। ਲੇਕਿਨ ਉਹ ਮਾਤਾ ਜਿਹੜੀ ਹੁੰਦੀ ਹੈ, ਗ੍ਰੰਥਾਂ ਵਿੱਚ ਜ਼ਿਕਰ ਹੈ, ਉਹ ਮਾਤਾ ਜਿਹੜੀ ਆ ਪੂਰਾ ਸਮਾਂ ਇਸ ਸਮੇਂ ਦਰਮਿਆਨ ਖੁਸ਼ ਰਹਿੰਦੀ ਹੈ, ਆਨੰਦ ਵਿੱਚ ਰਹਿੰਦੀ ਹੈ, ਖਿਲੀ ਖਿਲੀ ਰਹਿੰਦੀ ਆ। ਉਹਨੂੰ ਬਹੁਤ ਸੁੰਦਰ ਸੁੰਦਰ ਸੁਗੰਧੀਆਂ ਵੀ ਆਉਂਦੀਆਂ ਨੇ। ਉਹਨੂੰ ਹਮੇਸ਼ਾ ਐਂ ਮਹਿਸੂਸ ਹੁੰਦਾ ਕਿ ਜਿਵੇਂ ਦੇਵ ਰੂਹਾਂ ਉਹਦੇ ਜਿਹੜੀਆਂ ਨਾਲ ਨਾਲ ਫਿਰ ਰਹੀਆਂ ਨੇ, ਮਤਲਬ ਕਿਉਂਕਿ ਉਸ ਰੂਹ ਦੇ ਨਾਲ ਪਹਿਰੇ ਤੁਰਦਗਾਹੋਂ ਨਾਲ ਆ ਜਾਂਦੇ ਨੇ। ਇਹਦਾ ਜ਼ਿਕਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਕਰਦੇ ਨੇ। ਉਹ ਕਹਿੰਦੇ ਨੇ ਕਿ ਮਾਤਾ ਤ੍ਰਿਪਤਾ ਜੀ ਨੂੰ ਵੀ ਸੁਪਨਾ ਆਇਆ। ਉਹਨਾਂ ਨੂੰ ਸੁਪਨਾ ਆਇਆ ਮਾਤਾ ਜੀ ਨੂੰ ਕਿ ਤੁਹਾਡੇ ਘਰ ਵਿੱਚ ਹੁਣ ਪੁੱਤਰ ਨੇ ਆਉਣਾ ਆ, ਲੇਕਿਨ ਉਹ
ਦੱਸਿਆ ਵੀ ਉਹ ਸੰਸਾਰ ਦਾ ਕਲਿਆਣਕਾਰੀ ਉਹ ਰੂਹ ਜਿਹੜੀ ਆ ਰਹੀ ਹੈ, ਉਹ ਨਿਰੰਕਾਰ ਦੀ ਉਹ ਸ਼ਕਤੀ ਆ ਰਹੀ ਹੈ। ਤੋ ਲੇਕਿਨ ਜਦੋਂ ਕਿਸੇ ਸੰਸਾਰਿਕ ਬਾਦਸ਼ਾਹ ਨੇ ਆਉਣਾ ਹੁੰਦਾ ਤਾਂ ਕਿੰਨੇ ਉਹਦੇ ਅਹਿਲਕਾਰ ਪਹਿਲਾਂ ਹੀ ਪਹੁੰਚ ਜਾਂਦੇ ਨੇ ਉਹਦਾ ਸਾਰਾ ਸਿਸਟਮ ਜਿਹੜਾ ਸੈੱਟ ਕਰਨ ਦੇ ਲਈ। ਇਵੇਂ ਹੀ ਕਿਹਾ ਇਹ ਜਿਹੜਾ ਗਿਆਨ ਰੂਪ ਵਿੱਚ ਆਉਣਾ ਨਿਰੰਕਾਰ ਨੇ ਇਸ ਧਰਤੀ ਦੇ ਉੱਤੇ, ਤੇ ਤੁਹਾਡੇ ਘਰ ਵਿੱਚ ਭਾਗ ਜਿਹੜੇ ਲੱਗਣੇ ਨੇ, ਉਹਦੇ ਲਈ ਪਹਿਲਾਂ ਬੇਬੇ ਨਾਨਕੀ ਜੀ ਨੂੰ ਭੇਜਿਆ ਗਿਆ 5 ਸਾਲ ਪਹਿਲਾਂ। ਉਹ ਭਗਤੀ ਹੈ, ਬੇਬੇ ਨਾਨਕੀ ਭਗਤੀ ਹੈ। ਸੋ ਇਸ ਭਗਤੀ ਨੇ ਇਸ ਗਿਆਨ ਨੂੰ ਪ੍ਰਗਟ ਕਰਨਾ ਹੈ ਸੰਸਾਰ ਦੇ ਵਿੱਚ। ਬੇਬੇ ਨਾਨਕੀ ਜੀ ਭਗਤੀ, ਇਹ ਮਾਤਾ ਜੀ ਨੂੰ ਇਹ ਸੁਪਨਾ ਆਇਆ ਸੀ। ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜ਼ਿਕਰ ਕਰਦੇ ਨੇ। ਤੋ ਸੰਗਤ ਜੀ ਅਗਰ ਅਸੀਂ ਦੇਖੀਏ ਨਾ ਗੁਰਬਾਣੀ ਦੇ ਵਿੱਚੋਂ, ਤੇ ਬੇਬੇ ਜੀ ਦਾ ਸਾਰਾ ਹੀ ਜੀਵਨ ਉਸੇ ਤਰ੍ਹਾਂ ਦਾ ਹੈ ਜਿਵੇਂ ਬਾਣੀ ਦੇ ਵਿੱਚ ਜ਼ਿਕਰ ਕੀਤਾ। ਆਪ ਜੀ ਵੀ ਅੰਕ ਨੋਟ ਕਰ ਲਿਓ ਤਾਂ ਇਹਨੂੰ ਬੜਾ ਡਿਟੇਲ ਦੇ ਵਿੱਚ ਪੜ੍ਹਿਓ ਵੀ ਇਹ ਜਿਹੜੀ ਆ ਭਗਤੀ ਕੀ ਚੀਜ਼ ਆ, ਭਗਤੀ ਦੇ ਕੀ ਗੁਣ ਨੇ। ਉਹ ਹੈਗਾ 370 ਅੰਗ ਦੇ ਉੱਤੇ ਆ। ਪੂਰਾ ਜਿਹੜਾ ਸ਼ਬਦ ਹੈਗਾ ਇਹਦੇ ਵਿੱਚ ਹੈਗਾ ਹੈ ਕਿ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ। ਜੇ ਆਪ ਜੀ ਸਾਰਾ ਪੜ੍ਹ ਲਏ, ਇਹਦੇ ਵਿੱਚ ਆਉਂਦਾ 32 ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਭੜ ਸਰੂਪ। ਸੋ 32 ਲੱਖਣ ਜਿਹੜੇ ਔਰਤ ਦੇ ਸੁਲੱਖਣ ਸ਼ੁਭ ਜਿਹੜੇ ਗੁਣ ਆ ਇਹ ਔਰਤ ਦੇ ਜ਼ਿਕਰ ਕੀਤੇ ਨੇ। ਸੰਗਤ ਜੀ ਸੰਸਾਰ ਦੇ ਵਿੱਚ ਨਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ, ਔਰਤ ਦਾ ਬਹੁਤ ਹੀ ਬੁਰਾ ਹਾਲ ਕੀਤਾ ਹੋਇਆ ਸੀ। ਸੋ ਕਹਿੰਦੇ ਜਿਹੜੇ ਧਰਮ ਸਨ, ਪ੍ਰਚਲਿਤ ਧਰਮ, ਉਹ ਔਰਤ ਨੂੰ ਤਾਂ ਬਿਲਕੁਲ ਹੀ ਨਹੀਂ ਸੀ ਕੁਝ ਸਮਝਦੇ। ਹਿੰਦੂ ਧਰਮ ਵਿੱਚ ਬੇਸ਼ੱਕ ਔਰਤ ਪੂਜੀ ਜਾਂਦੀ ਸੀ, ਲੇਕਿਨ ਔਰਤ ਨੂੰ ਕੋਈ ਨਾ ਉਹ ਪੂਜਾ ਕਰ ਸਕਦੀ ਸੀ, ਨਾ ਉਹ ਜਨੇਊ ਪਹਿਨ ਸਕਦੀ ਸੀ। ਸੋ ਮਨੂ ਨੇ ਤਾਂ ਇਤਨਾ ਔਰਤ ਦਾ ਬੁਰਾ ਹਾਲ ਕੀਤਾ। ਆਪਣੀ ਮਨੂ ਦੇ ਜਿਹੜਾ ਗ੍ਰੰਥ ਆ, ਮਨੂ ਨੇ ਲਿਖਿਆ ਕਿ ਔਰਤ ਮੰਤਰ ਵੀ ਨਹੀਂ ਪੂਜ ਸਕਦੀ, ਮਤਲਬ ਔਰਤ ਨਹੀਂ ਨਾਮ ਨਹੀਂ ਜਪ ਸਕਦੀ, ਪੂਜਾ ਨਹੀਂ ਕਰ ਸਕਦੀ, ਜਨੇਊ ਨਹੀਂ ਪਹਿਨ ਸਕਦੀ। ਸੋ ਇਹੋ ਜਿਹੀ ਹਾਲਤ ਸੀਗੀ। ਹੋਰ ਅਗਰ ਲੈ ਲਈਏ ਤੁਲਸੀਦਾਸ ਜੀ ਜਿਨ੍ਹਾਂ ਨੇ ਰਾਮਾਇਣ ਲਿਖੀ ਆ, ਉਹ ਕਹਿੰਦੇ ਆ ਢੋਰ ਸ਼ੂਦਰ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਂਚੋ ਤਾੜਨ ਅਧਿਕਾਰੀ। ਮਤਲਬ ਇਹਨਾਂ ਨੂੰ ਤਾੜ ਕੇ ਰੱਖੋ, ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜ ਕੇ ਰੱਖੋ। ਸੋ ਇਹ ਔਰਤ ਉਹਦੇ ਵਿੱਚ ਜ਼ਿਕਰ ਕਰ ਦਿੱਤਾ, ਔਰਤ ਨੂੰ ਲਤਾੜ ਕੇ ਰੱਖੋ। ਅਗਰ ਹੋਰ ਅਸੀਂ ਧਰਮਾਂ ਦੀ ਗੱਲ ਕਰੀਏ ਤਾਂ ਇਸਲਾਮ ਧਰਮ ਵਿੱਚ ਵੀ ਜਿਹੜਾ ਅੱਜ ਤੱਕ ਵੀ ਇਸੇ ਤਰ੍ਹਾਂ ਹੀ ਸਿਲਸਿਲਾ ਹੈ ਕਿ ਹਾਲੇ ਵੀ ਉਹਨਾਂ ਦੀ ਮਾਨਤਾ ਇਸ ਤਰ੍ਹਾਂ ਦੀ ਚੱਲੀ ਜਾ ਰਹੀ ਹੈ ਕਿ ਜਿਹੜੀ ਪੁਰਸ਼ ਆ ਉਹਦੀ ਇੱਕ ਗਵਾਹੀ ਤਾਂ ਔਰਤ 2 ਜਾਂ 3 ਮਿਲ ਕੇ ਦੇਣ ਤਾਂ ਉਹਦੇ ਬਰਾਬਰ ਗਿਣੀ ਜਾਊਗੀ। ਮਤਲਬ ਕਿ ਔਰਤ ਝੂਠ ਬੋਲਦੀ ਹੈ ਤੇ ਬੰਦਾ ਸੱਚਾ ਹੈ, ਉਹਦੀ ਗਵਾਹੀ ਨੂੰ ਮੰਨ ਲਿਆ ਜਾਵੇ। ਸੋ ਉਹ 4 ਵਿਆਹ ਕਰਾ ਸਕਦਾ, ਔਰਤ ਨੂੰ ਕੋਈ ਹੱਕ ਨਹੀਂ। ਸੋ ਇਹ ਤਾਂ ਬੜਾ ਧਰਮਾਂ ਵਿੱਚ ਬੜਾ ਫਰਕ ਹੈ। ਯਹੂਦੀ ਲੋਕ ਅਕਸਰ ਅਰਦਾਸ ਕਰਦੇ ਨੇ ਕਿ ਹੇ ਰੱਬਾ, ਮੈਂ ਤੇਰਾ ਸ਼ੁਕਰ ਕਰਦਾ ਤੂੰ ਮੈਨੂੰ ਯਹੂਦੀ ਧਰਮ ਵਿੱਚ ਪੈਦਾ ਕੀਤਾ, ਮੈਂ ਤੇਰਾ ਸ਼ੁਕਰ ਕਰਦਾ, ਪਰ ਨਾਲ ਮੈਂ ਤੇਰਾ ਹੋਰ ਵੀ ਸ਼ੁਕਰ ਕਰਦਾ ਕਿ ਤੂੰ ਮੈਨੂੰ ਇਸਤਰੀ ਨਹੀਂ ਬਣਾਇਆ। ਮਤਲਬ ਇਸਤਰੀ ਇੰਨੀ ਨਿੰਦ ਰਹੇ ਨੇ ਲੋਕ ਸਾਰੇ ਧਰਮਾਂ ਵਾਲੇ। ਬੁੱਧ ਧਰਮ ਵਿੱਚ ਬੁੱਧ ਜੀ ਨੇ ਕਿਹਾ ਕਿ ਮੇਰੇ ਸੰਗ ਵਿੱਚ ਔਰਤ ਨਹੀਂ ਸ਼ਾਮਿਲ ਹੋ ਸਕਦੀ। ਫਿਰ ਜਦੋਂ ਔਰਤ ਸ਼ਾਮਿਲ ਕੀਤੀ, ਜਦ ਕਿ ਬੁੱਧ ਜੀ ਦੀ ਆਪਣੀ ਪਤਨੀ ਯਸ਼ੋਧਰਾ, ਸੋ ਉਹ ਜਦੋਂ ਬੁੱਧ ਜੀ ਵਾਪਸ ਗਏ ਨੇ ਇਨਲਾਈਟਨ ਹੋ ਕੇ, ਤਾਂ ਉਹਨੇ ਬੁੱਧ ਨੂੰ ਐਡੀ ਵੱਡੀ ਗੱਲ ਕਹਿ ਦਿੱਤੀ। ਉਹਨੇ ਕਿਹਾ ਜਿਹੜਾ ਤੂੰ ਘਰ-ਬਾਰ ਛੱਡ ਕੇ ਬਾਹਰ ਗਿਆਨ ਪ੍ਰਾਪਤ ਕਰਨ ਗਿਆ ਸੀ, ਕੀ ਇਹ ਤੈਨੂੰ ਮਹਿਲਾਂ 'ਚ ਨਹੀਂ ਸੀ ਮਿਲ ਸਕਦਾ? ਉੱਥੇ ਬੁੱਧ ਨੇ ਕਿਹਾ ਮਿਲ ਸਕਦਾ ਸੀ। ਉੱਥੇ ਬੁੱਧ ਨੇ ਮੰਨਿਆ ਵੀ ਇਹ ਗਿਆਨ ਜਿਹੜਾ ਕਿਸੇ ਖਾਸ ਥਾਂ ਤੇ ਨਹੀਂ ਮਿਲਦਾ, ਗਿਆਨ ਅੰਦਰ ਹੀ ਹੈ, ਉੱਥੇ ਮੰਨਿਆ। ਸੋ ਉਹ ਐਡੀ ਵੱਡੀ ਗੱਲ ਉਹ ਯਸ਼ੋਧਰਾ ਉਹਨਾਂ ਦੀ ਪਤਨੀ ਨੇ ਇਹ ਗੱਲ ਕਹਿ ਦਿੱਤੀ। ਫਿਰ ਉਹਨਾਂ ਨੇ ਕਿਹਾ ਜਿਹੜਾ ਤੂੰ ਚੋਰੀ ਚਲਾ ਗਿਆ, ਤੂੰ ਮੈਨੂੰ ਦੱਸ ਕੇ ਜਾਂਦਾ, ਮੈਂ ਤੇਰੇ ਰਾਹ 'ਚ ਰੁਕਾਵਟ ਨਾ ਬਣਦੀ। ਔਰ ਜਿੰਨੀ ਤਪੱਸਿਆ ਬੁੱਧ ਨੇ ਬਾਹਰ ਜਾ ਕੇ ਕੀਤੀ ਆ, ਉਨੀ ਹੀ ਉਹ ਯਸ਼ੋਧਰਾ ਨੇ ਮਹਿਲ ਦੇ ਵਿੱਚ ਨੀਚੇ ਸੌਂਦੀ ਸੀ। ਜਿੰਨਾ ਬੁੱਧ ਖਾਣਾ ਖਾਂਦਾ ਸੀ ਉਹ ਘਰ ਬੈਠੀ ਓਨਾ ਹੀ ਖਾਂਦੀ ਸੀ। ਮਤਲਬ ਉਹ ਬੁੱਧ ਨੂੰ ਵੀ ਓਵਰਟੇਕ ਕੀਤੀ ਹੋਈ ਔਰਤ ਸੀ, ਕੋਈ ਸਧਾਰਨ ਨਹੀਂ ਸੀ। ਤਾਂ ਇਸ ਕਾਰਨ ਫਿਰ ਬੁੱਧ ਨੂੰ ਆਪਣੇ ਸੰਗ ਵਿੱਚ ਔਰਤਾਂ ਸ਼ਾਮਿਲ ਕਰਨੀਆਂ ਪੈ ਗਈਆਂ। ਜਦੋਂ ਆ ਕੇ ਆਪਣੀ ਪਤਨੀ ਦਾ ਹੀ ਜੀਵਨ ਦੇਖ ਲਿਆ ਬੁੱਧ ਨੇ, ਵੀ ਇਹ ਤਾਂ ਐਡੀ ਉੱਚੀਆਂ, ਔਰ ਬੁੱਧ ਦੀ ਆਪਣੀ ਮਾਂ ਵੀ ਜਿਹੜੀ ਆ ਬਹੁਤ ਉਚਾਈ ਨੂੰ ਛੂਹ ਗਈ ਸੀ ਅਧਿਆਤਮਕ ਤੌਰ ਤੇ। ਸੋ ਔਰਤਾਂ ਹੁਣ ਆਪਾਂ ਹੋਰ ਦੇਖ ਲਈਏ ਅਸੀਂ ਜਗ੍ਹਾ ਸੰਗਤ ਜੀ। ਸੋ ਇਹਦੇ ਵਿੱਚ ਅਗਰ ਗੋਰਖਨਾਥ ਨੂੰ ਲੈ ਲਓ, ਗੋਰਖਨਾਥ ਯੋਗੀ ਹੈ, ਸਿੱਧ ਆ, ਯੋਗੀ ਹੈ। ਇਹ ਕਹਿੰਦੇ ਨੇ ਕਿ ਜਿਹੜੀ ਔਰਤਾਂ ਬਘਿਆੜਨ ਆ,
ਮਾਂ ਕਹੇ ਮੇਰਾ ਪੁੱਤ ਵਿਆਹਿਆ, ਮਾਂ ਕਹਿੰਦੀ ਮੇਰਾ ਪੁੱਤ ਵਿਆਹਿਆ, ਉਹ ਕਹਿੰਦੇ ਬਾਗੜ ਲੈ ਆ। ਸੋ ਬਘਿਆੜੇ ਨੇ ਤਾਂ ਖਾ ਜੂਗੀ ਬੰਦੇ ਨੂੰ ਔਰਤ। ਤੁਸੀਂ ਦੇਖੋ ਵਾਸਨਾ ਬੰਦੇ ਦੀ ਆਪਣੀ ਮਾਇਆ 'ਚ ਆਪ ਉਲਝਿਆ ਹੋਇਆ, ਉਹਦੇ ਵਿੱਚ ਔਰਤ ਨੂੰ ਉਹਦੇ 'ਤੇ ਸਾਰਾ ਬਲੇਮ ਉਹਦੇ ਤੇ ਹੀ ਕਰ ਰਿਹਾ। ਤੇਰੀ ਅਗਰ ਵਾਸਨਾ ਨਹੀਂ ਆ ਤਾਂ ਤੈਨੂੰ ਕਿਵੇਂ ਔਰਤ ਉਲਝਾ ਲੂਗੀ, ਹੈ ਨਾ? ਸੋ ਬਲੇਮ ਇਹ ਆਪਣੀਆਂ ਕਮਜ਼ੋਰੀਆਂ ਅਸੀਂ ਦੂਸਰੇ ਦੇ ਉੱਤੇ ਜਿਹੜਾ ਥੋਪਦੇ ਆ, ਤੇ ਇਹ ਬੰਦੇ ਦਾ ਸੁਭਾਅ ਆ। ਸੋ ਔਰਤਾਂ ਨੇ ਕਿਉਂਕਿ ਕੋਈ ਗ੍ਰੰਥ ਨਹੀਂ ਲਿਖੇ, ਕੋਈ ਕੁਛ ਨਹੀਂ, ਉਹਨਾਂ ਨੂੰ ਆਜ਼ਾਦੀ ਵੀ ਨਹੀਂ ਸੀ, ਐਵੇਂ ਗੁਲਾਮ ਰੱਖੀਆਂ ਹੋਈਆਂ ਸਨ। ਹੁਣ ਅਗਰ ਬਾਈਬਲ ਦੀ ਅਸੀਂ ਗੱਲ ਕਰੀਏ, ਤੁਸੀਂ ਦੇਖੋ ਆਪਾਂ ਕਿੰਨੀ ਕ੍ਰਿਸਚੈਨਿਟੀ ਪੂਰੇ ਵਰਲਡ 'ਚ ਫੈਲੀ ਆ। ਇਹਨਾਂ ਦੀ ਇੱਕ ਮਾਨਤਾ ਆ ਕਿ ਜਦੋਂ ਸਵਰਗ ਦੇ ਵਿੱਚ ਸਭ ਤੋਂ ਪਹਿਲਾਂ ਪੁਰਸ਼ ਔਰ ਔਰਤ ਰਹਿ ਰਹੇ ਸੀ ਮਿਲ ਕੇ, ਤਾਂ ਉਹਨਾਂ ਨੇ ਫਿਰ ਵਰਜਿਤ ਫਲ ਖਾ ਲਿਆ ਦੋਨਾਂ ਨੇ, ਔਰਤ ਅਤੇ ਮਰਦ ਨੇ। ਤਾਂ ਉਹ ਕਹਿੰਦੇ ਆ ਔਰਤ ਨੇ ਉਕਸਾਇਆ ਮਰਦ ਨੂੰ, ਤੂੰ ਵਰਜਿਤ ਫਲ ਖਾ, ਜਿਹੜਾ ਮਨਾ ਕੀਤਾ ਹੋਇਆ ਸੀ। ਕਿਉਂਕਿ ਇਹਨਾਂ ਨੇ ਗਲਤੀ ਕੀਤੀ, ਇਸ ਕਾਰਨ ਦੋਨਾਂ ਨੂੰ ਸਵਰਗ ਚੋਂ ਬਾਹਰ ਕੱਢ ਦਿੱਤਾ ਗਿਆ ਧੱਕਾ ਦੇ ਕੇ। ਔਰ ਫਿਰ ਦੇਖੋ ਵਰਜਿਤ ਫਲ ਦੋਨਾਂ ਨੇ ਖਾਧਾ, ਬਲੇਮ ਲਾ ਦਿੱਤਾ, ਔਰਤ ਨੇ ਉਕਸਾਇਆ ਵੀ ਤੂੰ ਵਿਵੇਕੀ ਸੀ, ਤੂੰ ਨਾ ਖਾਂਦਾ। ਫਿਰ ਉਹ ਤੋਂ ਬਾਅਦ ਔਰਤ ਨੂੰ ਹੋਰ ਸਜ਼ਾ ਕੀ ਦਿੱਤੀ? ਉਹਨੂੰ ਸਜ਼ਾ ਦਿੱਤੀ ਵੀ ਜਿਹੜਾ ਬੱਚਾ ਹੁਣ ਪੈਦਾ ਹੋਊਗਾ ਤੇਰੇ ਤੋਂ ਹੋਊਗਾ, ਤੈਨੂੰ ਜਣੇਪੇ ਦੀ ਪੀੜਾ ਜਿਹੜੀ ਔਰਤ ਨੂੰ ਸਹਿਣੀ ਪਊਗੀ। ਮਤਲਬ ਹਰ ਇੱਕ ਔਰਤ ਜਿਹੜੀ ਆ ਇਸ ਕਾਰਨ ਪੀੜਾ ਸਹਿ ਰਹੀ ਆ ਕਿਉਂਕਿ ਉਹਨੇ ਵਰਜਿਤ ਫਲ ਖਾਣ ਲਈ ਮਰਦ ਨੂੰ ਪ੍ਰੇਰਿਤ ਕੀਤਾ। ਜਦੋਂ ਕਿ ਹੁਣ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਈਏ, ਮਹਾਰਾਜ ਕਹਿੰਦੇ ਤੈਨੂੰ ਧੰਨ ਜਣੇਂਦੀ ਮਾਓ ਆਏ ਸਫਲ ਸੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜਿਹੜੇ ਸੰਸਾਰ ਦੇ ਲੋਕ ਔਰਤ ਨੂੰ ਨਿੰਦਣ ਲਈ ਕਰ ਰਹੇ ਸਨ, ਇਹਨੂੰ ਸਤਿਕਾਰ ਨਹੀਂ ਸੀ ਦੇ ਰਹੇ, ਇਹਨੂੰ ਤਾੜ ਤਾੜ ਕੇ ਰੱਖ ਰਹੇ ਸਨ, ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਧਰਮ ਦਾ ਗਿਆਨ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਗਟ ਹੋਇਆ, ਉਹ ਬੀਬੀ ਨਾਨਕੀ ਵਿੱਚ ਸਭ ਤੋਂ ਪਹਿਲੀ ਸਿੱਖ ਔਰਤ ਹੀ ਚੁਣੀ। ਦੂਸਰਾ ਸਿੱਖ ਹੈ ਰਾਏ ਬੁਲਾਰ, ਪਹਿਲੀ ਸਿੱਖ ਔਰਤ ਨੂੰ ਬੀਬੀ ਨਾਨਕੀ ਜੀ ਨੂੰ ਦਰਜਾ ਮਿਲਿਆ। ਸੋ ਇਹ ਗੁਰੂ ਮਹਾਰਾਜ ਨੇ ਇੱਕ ਕ੍ਰਾਂਤੀ ਲਿਆਉਣ ਦੇ ਲਈ, ਦੇਖੋ ਭਾਈ ਔਰਤ ਨੂੰ ਗਿਆਨ ਹੋ ਸਕਦਾ, ਤੁਸੀਂ ਕਿਹੜੇ ਭੁਲੇਖਿਆਂ 'ਚ ਫਿਰਦੇ ਹੋ। ਸੋ ਉਹ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਲੋਕ ਨਿੰਦ ਰਹੇ ਸਨ, ਮਹਾਰਾਜ ਨੇ ਕਿਹਾ ਤੂੰ ਕਿਸ ਔਰਤ ਨੂੰ ਨਿੰਦਾ ਫਿਰਦਾ? ਜਿਹੜਾ ਅਸੀਂ ਪੜ੍ਹਦੇ ਭੰਡ ਨਿੰਮੀਏ ਭੰਡ ਜੰਮੀਏ, ਭੰਡ ਮੰਗਣ ਹੋ ਗਿਆ ਉਹ, ਭੰਡੋ ਹੋਵੇ ਦੋਸਤੀ ਭੰਡੋ ਚੱਲੇਗਾ। ਮਹਾਰਾਜ ਜੀ ਕਹਿੰਦੇ ਨੇ ਇਹਦੇ ਚੋਂ ਹੀ ਤੂੰ ਨਿਪਜਦਾ, ਇਸੀ ਔਰਤ ਤੋਂ ਤੂੰ ਪੈਦਾ ਹੁੰਦਾ ਹੈ, ਇਹਦੇ ਨਾਲ ਹੀ ਤੇਰਾ ਮੰਗਣਾ ਹੁੰਦਾ, ਇਹਦੇ ਨਾਲ ਹੀ ਤੇਰੀ ਦੋਸਤੀ ਬਣਦੀ, ਇਹਦੇ ਨਾਲ ਹੀ ਤੇਰਾ ਵਿਆਹ ਹੁੰਦਾ। ਔਰਤ ਮਰ ਜਾਵੇ ਫਿਰ ਤੂੰ ਹੋਰ ਲੱਭਦਾ ਆ ਵੀ ਮੈਨੂੰ ਪਤਨੀ ਕੋਈ ਮਿਲ ਜਾਵੇ, ਔਰਤ ਤੋਂ ਬਿਨਾਂ ਤਾਂ ਤੇਰਾ ਗੁਜ਼ਾਰਾ ਹੀ ਨਹੀਂ ਆ। ਇਹ ਸੰਸਾਰ ਦੀ ਸਿਸਟਮ ਇੱਕ ਬਣਿਆ, ਪ੍ਰਕਿਰਤੀ ਦਾ ਨਿਯਮ ਆ। ਸੋ ਮਹਾਰਾਜ ਨੇ ਕਿਹਾ ਤੂੰ ਉਹਨੂੰ ਕਿਉਂ ਨਿੰਦਦਾ? ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਰਾਜਿਆਂ ਨੂੰ ਤੁਸੀਂ ਉੱਚਾ ਗਿਣਦੇ ਹੋ, ਨੇ ਕਲੰਕੀ ਅਵਤਾਰ ਕਹਿੰਦੇ ਹੋ, ਔਰ ਉਸ ਔਰਤ ਨੂੰ ਤੁਸੀਂ ਨਿੰਦਦੇ ਹੋ। ਤਾਂ ਗੁਰੂ ਮਹਾਰਾਜ ਨੇ ਔਰਤ ਨੂੰ ਇੰਨਾ ਕੁ ਜ਼ਿਆਦਾ ਸਤਿਕਾਰ ਦੇ ਦਿੱਤਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਨਾ, ਇਹ ਆਤਮਿਕ ਤੌਰ ਤੇ ਲਿਖੀ ਗਈ ਹੈ ਵੀ ਰੂਹ ਦਾ ਪਰਮਾਤਮਾ ਨਾਲ ਮਿਲਣ ਕਿਵੇਂ ਹੋ ਜਾਵੇ, ਜਦੋਂ ਮਿਲ ਜਾਂਦੀ ਆ ਫਿਰ ਕਿਹੜੀ ਅਵਸਥਾ ਆ, ਉਹ ਜਿਹੜਾ ਆਤਮਾ ਦੀ ਸਾਰੀ ਗੱਲ ਕੀਤੀ ਗਈ। ਲੇਕਿਨ ਇਸ ਆਤਮਾ ਦੇ ਲਈ ਮਹਾਰਾਜ ਨੇ ਕਿਹਾ ਇਹ ਸਾਰੇ ਇੱਕ ਔਰਤ ਕੋਲ ਗੁਣ ਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦਾ ਘਰ ਇਹ ਕਹਿੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਨੇ ਕਿ ਅਗਰ ਕਿਸੇ ਨੇ ਪਰਮਾਤਮਾ ਨੂੰ ਪਾਣਾ ਆ, ਉਹ ਔਰਤ ਦੇ ਗੁਣ ਲਵੇਗਾ, ਤਾਂ ਜਾ ਕੇ ਜਿਹੜਾ ਪਰਮਾਤਮਾ ਨੂੰ ਪਾ ਪਾਏਗਾ। ਉਹਦੇ ਵਿੱਚ ਖੁਦ ਨਾਰੀ ਬਣ ਕੇ ਮਹਾਰਾਜ ਜੀ ਨੇ ਜਿਹੜਾ ਹੈ ਪਰਮਾਤਮਾ ਨੂੰ ਰਿਝਾਇਆ। ਔਰ ਮਹਾਰਾਜ ਨੇ ਕਿਹਾ ਇਸ ਜੱਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਮਹਾਰਾਜ ਕਹਿੰਦੇ ਸਾਰੀਆਂ ਹੀ ਨਾਰਾਂ ਨੇ ਜੀਵ ਆਤਮਾ, ਇੱਕੋ ਹੀ ਪੁਰਖ ਆ ਪਰਮਾਤਮਾ ਭਗਵਾਨ। ਸੋ 32 ਸੁਲੱਖਣੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਇਹ ਔਰਤ ਦੇ ਗੁਣਾਂ ਕਰਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ। ਉਹ ਬਾਣੀ ਤੁਸੀਂ ਆਪ ਪੜ੍ਹ ਲਿਓ, ਉਹਦੇ ਵਿੱਚੋਂ ਆਪਾਂ ਸਰਲ ਕਰਕੇ ਜਿਹੜੇ ਕੱਢੇ ਨੇ ਉਹ 32 ਗੁਣ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਆ। ਬਾਣੀ ਹੈਗਾ 370 ਅੰਕ ਦੇ ਉੱਤੇ, ਆਸਾ ਮਹੱਲਾ ਪੰਜਵਾਂ। ਨਿਜ ਭਗਤੀ ਸੀਲਵੰਤ ਨਾਰ, ਰੂਪ ਅਨੂਪ ਪੂਰੀ ਆਚਾਰ। ਸੋ ਇਹਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ 32 ਜਿਹੜਾ ਪਿੱਛੇ ਆ ਗਿਆ ਨਾ ਸ਼ਬਦ ਵਿੱਚ ਦੇਖਿਆ 32 ਸੁਲੱਖਣੀ ਭਗਤੀ ਦੇ ਜਿਹੜੇ ਗੁਣ ਨੇ। ਹੁਣ ਇਹ ਦੇਖੋ ਵੀ ਕਿਹੜੇ ਕਿਹੜੇ ਔਰਤ ਦੇ ਗੁਣ ਨੇ। ਔਰਤ ਸਰੀਰ ਕਰਕੇ ਮਹਾਨ ਨਹੀਂ ਕਿ ਔਰਤ ਸਰੀਰ, ਔਰਤ ਗੁਣਾਂ ਕਰਕੇ ਮਹਾਨ ਹੈ। ਅਗਰ ਗੁਰੂ ਨਾਨਕ ਨੇ ਘਰ ਨੇ ਔਰਤ ਨੂੰ ਸਨਮਾਨ ਦਿੱਤਾ, ਉਹਦੇ ਗੁਣਾਂ ਕਰਕੇ। ਸੋ ਅਸੀਂ ਆਪਣੇ ਗੁਣਾਂ ਨੂੰ ਜਾਗਰਤ ਵੀ ਕਰੀਏ, ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਦੂਰ ਕਰੀਏ। ਮਤਲਬ ਸਾਰਿਆਂ ਨੇ ਗੁਣ ਜਾਗਰਤ ਕਰਨੇ ਆ, ਹੈ ਇਹ ਔਰਤ ਕੋਲ, ਲੇਕਿਨ ਪੁਰਸ਼ਾਂ ਨੇ ਵੀ ਇਹ ਔਰਤ ਦੇ ਗੁਣ ਆਪਣੇ ਅੰਦਰ ਜਾਗਰਤ ਕਰਨੇ ਨੇ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਔਰਤ ਦਾ ਗੁਣ ਹੈ ਭਗਤੀ। ਭਗਤੀ ਔਰਤ ਕਰ ਸਕਦੀ ਹੈ। ਤੁਸੀਂ ਦੇਖੋ ਗੁਰਦੁਆਰਿਆਂ 'ਚ ਸੰਗਤ ਵਿੱਚ ਜ਼ਿਆਦਾ ਔਰਤ ਹੋਏਗੀ।
ਕਿਤੇ ਵੀ ਦੇਖ ਲਿਓ, ਤੁਸੀਂ ਕਿਸੇ ਮੰਦਿਰ 'ਚ ਦੇਖ ਲਓ, ਕਿਤੇ ਵੀ ਦੇਖ ਲਓ, ਕਿਉਂਕਿ ਇਹਦੇ 'ਚ ਭਗਤੀ ਦਾ ਗੁਣ ਹੈ, ਰਹਿ ਨਹੀਂ ਸਕਦੀ। ਸੋ ਘਰ ਸਾਰੇ ਪਰਿਵਾਰ ਨੂੰ ਵੀ ਲਾ ਦਿਓ ਕਿ ਇਹ ਇੱਦਾਂ ਦੀ ਹੈ। ਤੇ ਦੂਸਰਾ ਇਹਦਾ ਗੁਣ ਹੈਗਾ ਸ਼ਰਧਾ। ਸ਼ਰਧਾ ਔਰਤ ਕੋਲ ਹੁੰਦੀ ਹੈ, ਇਹਦਾ ਗੁਣ ਆ। ਅਗਲਾ ਹੈਗਾ ਪ੍ਰੇਮ, ਔਰ ਇਹ ਗੁਣ ਜਿਹੜੇ ਪੁਰਸ਼ਾਂ 'ਚ ਵੀ ਜਾਗਰਤ ਹੋਈ ਜਾਣਗੇ, ਉਹ ਵੀ ਉਹਦੇ ਵੀ ਅੰਦਰ ਦੀ ਉਹ ਇਸਤਰੈਣ ਗੁਣ, ਉਹ ਭਗਤੀ ਜਿਹੜੀ ਜਾਗਰਤ ਹੋ ਜਾਊਗੀ, ਉਹ ਪਰਮਾਤਮਾ ਨੂੰ ਪਾ ਲਏਗਾ। ਪ੍ਰੇਮ ਜਿੰਨਾ ਔਰਤ ਕਰ ਸਕਦੀ ਹੈ, ਪੁਰਸ਼ ਨਹੀਂ ਕਰ ਸਕਦਾ। ਸਾਰਿਆਂ ਨੂੰ ਐਕਸਪੀਰੀਅੰਸ ਆ, ਇਹ ਨਹੀਂ ਇੰਨਾ ਕਰ ਸਕਦਾ। ਅਗਲਾ ਹੈਗਾ ਸੀਤਲ ਸੁਭਾਅ, ਇਹ ਠੰਡੀ ਵੀ ਹੈ, ਬਹੁਤ ਕੁਝ ਸਹਿ ਜਾਂਦੀ ਹੈ, ਬਹੁਤ ਕੁਝ ਜਰ ਜਾਂਦੀ ਹੈ, ਇੰਨਾ ਇਹਦਾ ਸੀਤਲ ਸੁਭਾਅ ਹੈ। ਇਹ ਵੀ ਨਹੀਂ ਨਿੱਕੀ ਨਿੱਕੀ ਗੱਲ ਤੇ ਮਤਲਬ ਹਰ ਵੇਲੇ ਤੱਤੇ ਹੋਏ ਰਹਿਣਾ, ਇੱਦਾਂ ਨਹੀਂ ਆ। ਸੀਤਲ ਸੁਭਾਅ ਇਹਦਾ। ਲਾਸਾਨੀ ਸੁੰਦਰਤਾ, ਜਿਹਦੀ ਕਿਸ ਨਾਲ ਤੁਲਨਾ ਹੀ ਨਾ ਕੀਤੀ ਜਾ ਸਕੇ। ਇਹਦੀ ਇਨਰ ਬਿਊਟੀ ਦੀ ਗੱਲ ਕੀਤੀ ਵੀ ਇੰਨੀ ਕੁ ਸੁੰਦਰ ਆ ਅੰਦਰੋਂ। ਇਹ ਹੁਣ ਇਹ ਨਹੀਂ ਕਿ ਅਸੀਂ ਸਾਰੇ ਆ, ਪਤਾ ਇਹ ਗੁਣ ਆ ਜਿਹਦੇ ਨਾਲ ਰੱਬ ਨੂੰ ਪਾਇਆ ਜਾ ਸਕਦਾ, ਲੇਕਿਨ ਗੁਣ ਔਰਤ ਦੇ ਲਏ। ਕਹਿੰਦੇ ਲਾਸਾਨੀ ਸੁੰਦਰਤਾ, ਜਿਹਦੀ ਕਿਸ ਨਾਲ ਤੁਲਨਾ ਹੀ ਨਾ ਕੀਤੀ ਜਾ ਸਕੇ, ਇੰਨੀ ਗੁਣਵਾਨ ਹੈ ਔਰਤ। ਉੱਚਾ ਆਚਾਰ, ਇਹਦਾ ਕਰੈਕਟਰ ਬੜਾ ਉੱਚਾ ਹੈ। ਆਦਮੀ ਜਿਹੜਾ ਉਹ ਥਾਂ ਥਾਂ ਭਟਕਦਾ, ਲੇਕਿਨ ਔਰਤ ਜਿਹੜੀ ਹੈ ਸਮਰਪਿਤ ਹੋ ਕੇ ਰਹਿੰਦੀ ਹੈ ਇੱਕ ਆਪਣੇ ਪੁਰਸ਼ ਦੇ ਲਈ। ਉਹ ਲਾਗਿਆ ਜ਼ਮਾਨਾ ਅੱਜ ਬਦਲ ਚੁੱਕਾ, ਪਰ ਜਿਹੜਾ ਇਹ ਔਰਤ ਦਾ ਗੁਣ ਲਿਆ ਮਹਾਰਾਜ ਨੇ, ਉਹਦੀ ਗੱਲ ਹੋ ਰਹੀ ਹੈ। ਫਿਰ ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਵੀ ਸਲਾਹੁਣਯੋਗ ਹੋ ਜਾਂਦਾ। ਇਹੋ ਜਿਹੇ ਗੁਣਾਂ ਵਾਲੀ ਔਰਤ, ਗੁਰੂ ਮਹਾਰਾਜ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ, ਜਿਸ ਘਰ ਵਿੱਚ ਰਹਿੰਦੀ ਹੈ ਉਹ ਘਰ ਸਲਾਹੁਣਯੋਗ ਹੋ ਜਾਂਦਾ, ਕਿਉਂਕਿ ਇੰਨੀ ਗੁਣਵੰਤੀ ਉਸ ਘਰ ਵਿੱਚ ਰਹਿ ਰਹੀ ਹੈ। ਹੋਰ ਹੈਗਾ ਪਵਿੱਤਰ ਕਰਮ, ਉਹਦੇ ਕਰਮ ਜਿਹੜੇ ਪਵਿੱਤਰ ਹੋਣਗੇ, ਉਹਨਾਂ 'ਚ ਕੋਈ ਮੈਲ ਨਹੀਂ ਹੋਏਗੀ, ਕੋਈ ਝੂਠ ਨਹੀਂ ਹੋਏਗਾ, ਕੋਈ ਗਲਤੀ ਨਹੀਂ। ਮਤਲਬ ਅਣਜਾਣੇ ਗਲਤੀਆਂ ਹੋਣੀਆਂ ਅਲੱਗ ਚੀਜ਼ਾਂ, ਮਤਲਬ ਆਪਣੇ ਵੱਲੋਂ ਕੋਈ ਮੈਲਾ ਕਰਮ ਨਹੀਂ ਉਹ ਕਰਦੀ। ਪਵਿੱਤਰ ਕਰਮ ਉਹਦੇ। ਪੂਜਾ, ਪੂਜਾ ਦਾ ਗੁਣ ਔਰਤ ਕੋਲ ਹੈ, ਇਹ ਕਰ ਸਕਦੀ ਹੈ। ਵਿਹਾਰ, ਉਹਦਾ ਵਿਹਾਰ ਬੜਾ ਵਧੀਆ ਹੈ। ਆਗਿਆਕਾਰੀ ਆ, ਕਹਿਣਾ ਮੰਨਣ ਵਾਲੀ ਹੈ, ਇਹ ਔਰਤ ਦਾ ਗੁਣ ਹੈ। ਕਿਉਂਕਿ ਆਦਮੀ ਕੋਲ ਇਹ ਗੁਣ ਨਹੀਂ ਹੈ, ਪੁਰਸ਼ ਕੋਲ, ਇਹ ਔਰਤ ਦੇ ਗੁਣ ਨੇ। ਆਗਿਆਕਾਰੀ ਆ, ਸਿਆਣੀ ਹੈ, ਵਾਈਸ ਆ, ਸਮਝਦਾਰ ਆ, ਵਿਜ਼ਡਮ ਹੈ ਉਹਦੇ ਕੋਲ। ਸੰਤੋਖ, ਇਹ ਸੰਤੋਖ ਦਿੰਦੀ ਆ, ਬਹੁਤੀਆਂ ਤ੍ਰਿਸ਼ਨਾਵਾਂ 'ਚ ਨਹੀਂ ਫਿਰਨ ਵਾਲੀ ਹੁੰਦੀ। ਜਿਹੜਾ ਅਸਲੀ ਗੁਣ ਹੈ ਔਰਤ ਦੀ, ਮਤਲਬ ਅੰਦਰਲੇ ਜਿਹੜੇ ਗੁਣ ਆ, ਉਹਦੀ ਗੱਲ ਹੋ ਰਹੀ ਆ। ਆਪਾਂ ਇਹ ਗੁਣਾਂ ਨੂੰ ਨਾਲ ਆਪਣੇ ਜਾਗਰਤ ਕਰੀਏ ਸਾਰੇ ਜਣੇ। ਨਿਮਰਤਾ, ਨਿਮਰਤਾ 'ਚ ਰਹਿੰਦੀ ਹੈ। ਸੇਵਾ ਕਰਨ ਵਾਲੀ ਹੈ, ਸੇਵਾ ਜਿੰਨੀ ਔਰਤ ਕਰ ਸਕਦੀ ਆ, ਕੋਈ ਨਹੀਂ ਕਰ ਸਕਦਾ। ਇਹਦੇ ਕੋਲ ਹੈ ਸੇਵਾ ਦਾ ਭਾਵ। ਕਿਉਂਕਿ ਪੁਰਸ਼ ਲੋਕ ਨਾ ਬਾਹਰ ਸੇਵਾ ਕਰ ਲੋਗੇ, ਗੁਰਦੁਆਰਿਆਂ 'ਚ, ਮੰਦਿਰਾਂ 'ਚ, ਕਿਤੇ ਵੀ। ਜਿਹੜੀ ਘਰ ਦੇ ਵਿੱਚ ਨਾ, ਇੱਥੋਂ ਘਰ ਸ਼ੁਰੂ ਹੁੰਦਾ, ਇੱਥੇ ਔਰਤ ਸੇਵਾ ਕਰ ਸਕਦੀ, ਔਰ ਇਹਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਖੁਸ਼ ਹੋ ਕੇ ਕਰਦੀ। ਉਹੀ ਸੇਵਾ ਨਾ ਜਿਹੜੀ ਖੁਸ਼ ਹੋ ਕੇ ਕੀਤੀ ਜਾਵੇ। ਜਿਹੜਾ ਕੰਮ ਕਰਕੇ ਕੀਤਾ ਜਾਵੇ ਉਹ ਸੇਵਾ ਨਹੀਂ ਹੁੰਦੀ, ਉਹ ਡਿਊਟੀ ਹੈ। ਸੇਵਾ ਉਹੀ ਜਿਹੜੀ ਖੁਸ਼ ਹੋ ਕੇ ਕੀਤੀ ਜਾਵੇ। ਪਰਮਾਤਮਾ ਨੂੰ ਪ੍ਰਸੰਨ ਕਰਨ ਵਾਲੀ, ਪਰਮਾਤਮਾ ਨੂੰ ਪ੍ਰਸੰਨ ਕਰ ਲੈਂਦੀ ਇੰਨੇ ਗੁਣਾਂ ਵਾਲੀ। ਪਤੀ ਦੇ ਹਿਰਦੇ ਵਿੱਚ ਵਸਣ ਵਾਲੀ। ਹੁਣ ਇਹ ਹੈ ਸਾਰੀਆਂ ਜੀਵਾਤਮਾ ਦੀਆਂ ਗੱਲਾਂ, ਲੇਕਿਨ ਲਈਓ ਇੱਕ ਸੰਸਾਰਿਕ ਔਰਤ ਤੋਂ, ਉਹ ਇੰਨੀ ਗੁਣਵੰਤੀ ਆਪਣੇ ਪਤੀ ਦੇ ਹਿਰਦੇ 'ਚ ਵਸਦੀ ਆ। ਉਹ ਦਰਾਣੀ ਤੇ ਜਠਾਣੀ ਨੂੰ ਵੀ ਪ੍ਰਸੰਨ ਕਰ ਲਿਆ। ਮਤਲਬ ਉਹਦਾ ਜੁਆਇੰਟ ਫੈਮਿਲੀ, ਸਾਂਝੇ ਪਰਿਵਾਰ ਹੁੰਦੇ ਸਨ, ਉਹਨਾਂ ਨਾਲ ਵੀ ਇਹਦਾ ਵਰਤਾਵਰਾ ਇੰਨਾ ਕੁ ਵਧੀਆ ਸੀ ਕਿ ਦਰਾਣੀਆਂ ਜਠਾਣੀਆਂ ਵੀ ਤੋਂ ਪ੍ਰਸੰਨ। ਹੁਣ ਇਹਨੂੰ ਰੂਹਾਨੀਅਤ ਤੌਰ 'ਤੇ ਲਈਏ ਤਾਂ ਉਹ ਸਾਡੀ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਆ ਦਰਾਣੀਆਂ ਜਠਾਣੀਆਂ। ਪਰ ਇੱਥੇ ਜਿਹੜੀਆਂ ਨਾਲ ਸਾਡੇ ਸੰਸਾਰਿਕ ਔਰਤ ਤੋਂ ਲਈਏ ਉਦਾਹਰਨ, ਵੀ ਇੰਨਾ ਇਹਦਾ ਵਿਹਾਰ ਵਧੀਆ, ਉਹਨਾਂ ਨਾਲ ਵੀ ਇਹ ਸੋਹਣੇ ਤਰੀਕੇ ਨਾਲ ਰਹਿੰਦੀ ਹੈ। ਸਦਾ ਸੁਖੀ ਵਸਣ ਵਾਲੀ, ਦੁਖੀ ਨਹੀਂ ਹੁੰਦੀ, ਹਰ ਹਾਲਾਤ ਹਰ ਪਰਿਸਥਿਤੀ ਵਿੱਚ ਸੁਖ ਵਸਦੀ ਹੈ। ਸਦਾ ਪ੍ਰਸੰਨ ਰਹਿਣ ਵਾਲੀ, ਹਮੇਸ਼ਾ ਹੀ ਖੁਸ਼ ਰਹਿੰਦੀ ਹੈ। ਸੱਚੀ ਹੈ, ਝੂਠ ਨਹੀਂ ਹੈਗਾ ਇਹਦੇ 'ਚ। ਉਹਦੀ ਸੰਤਾਨ ਵੀ ਨੇਕ। ਹੁਣ ਬਾਣੀ ਵਿੱਚ ਅਗਰ ਅਸੀਂ ਪੜ੍ਹੀਏ ਨਾ, ਬਾਣੀ ਵਿੱਚ ਸੰਤਾਨ ਦਾ ਜ਼ਿਕਰ ਕੀਤਾ, ਨਾਮ ਹੈ ਉਹਦੀ ਸੰਤਾਨ। ਜੀਵ ਆਤਮਾ ਦੀ ਸੰਤਾਨ ਕੌਣ ਹੈ? ਨਾਮ। ਲੇਕਿਨ ਇੱਥੇ ਹੁਣ ਔਰਤ ਦੇ ਗੁਣਾਂ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਉਹਦੀ ਸੰਤਾਨ ਵੀ ਨੇਕ ਹੈ। ਉਹ ਅੱਗੇ ਕੀ ਹੈ, ਉਹ ਮਨ ਦੀ ਵੀ ਸੁੰਦਰ ਹੈ। ਫਿਰ ਉਹ ਪ੍ਰੇਮ ਦੀ ਮੂਰਤੀ ਹੈ। ਅਗਲਾ ਹੈਗਾ ਸਾਰੇ ਪਰਿਵਾਰ ਵਿੱਚ ਉੱਤਮ ਹੈ। ਫਿਰ ਹੈਗਾ ਦੇਰ ਜੇਠ ਨੂੰ ਵੀ ਸਲਾਹ ਦੇਣ ਵਾਲੀ। ਮਤਲਬ ਜੇ ਸਿਆਣੀ ਹੋਊਗੀ, ਸਮਝਦਾਰ ਹੋਊਗੀ, ਤਾਂ ਹੀ ਉਹਦੀ ਸਲਾਹ ਕੋਈ ਮੰਨਦਾ ਹੋਊਗਾ ਨਾ, ਸੁਣਦਾ ਹੋਊਗਾ। ਸੋ ਉਹਨਾਂ ਨੂੰ ਵੀ ਸਲਾਹ ਦੇਣ ਵਾਲੀ। ਉਹ ਘਰ ਵੀ ਧਨ ਹੈ ਜਿੱਥੇ ਉਹ ਇਸਤਰੀ ਹੈ। ਅਰੇ ਕਹਿੰਦੇ ਉਹ ਘਰ ਧਨ ਆ ਜਿੱਥੇ ਇਹੋ ਜਿਹੀ ਇਸਤਰੀ ਇੰਨੇ ਗੁਣਾਂ ਵਾਲੀ ਹੈ। ਸੋ ਆਪਣਾ ਸਮਾਂ ਪਰਮ ਸੁੱਖ ਅੰਦਰ ਗੁਜ਼ਾਰਦੀ।
ਸਾਡਾ ਮਨ ਦੇਖੋ ਕਿਤੇ-ਕਿਤੇ ਭਟਕਦਾ, ਉਹ ਪਰਮ ਸੁੱਖ ਵਿੱਚ ਰਹਿੰਦੀ ਹੈ। ਇਹੀ ਪੂਰਨ ਹੈ। ਸੋ ਇੱਕ ਇੰਨੀਆਂ ਖੂਬੀਆਂ ਦੀ ਦਾਤ ਉਹਦੇ ਪਾਸ ਆ, ਉਹਨੂੰ 32 ਸੁਲੱਖਣੀ ਕਿਹਾ। ਹੁਣ ਇਹ ਹੈ ਸਾਰੇ ਜੀਵ ਆਤਮਾ ਦੇ ਗੁਣ, ਇਹ ਨਾ ਸੋਚੀਏ ਇਕੱਲੀ ਔਰਤਾਂ 'ਚ ਹੋਣੇ ਚਾਹੀਦੇ ਨੇ, ਇਹ ਸਾਰੇ ਹੀ। ਪੁਰਖ ਤਾਂ ਇੱਕੋ ਹੀ ਆ ਭਗਵਾਨ ਨਾ, ਸਾਡੇ ਸਾਰਿਆਂ 'ਚ ਹੀ ਇਹ ਗੁਣ ਹੋਣੇ ਚਾਹੀਦੇ ਨੇ, ਪਰ ਇਹ ਲਏ ਕਿਹਦੇ ਤੋਂ? ਔਰਤ ਤੋਂ ਲਏ ਨੇ। ਇਹ ਸਾਰੇ ਔਰਤ ਦੇ ਗੁਣ ਆ, ਜਿਹੜੀ ਕਿ ਪਰਮਾਤਮਾ ਨੇ ਬਣਾ ਕੇ ਭੇਜੀ ਇਸ ਸੰਸਾਰ ਦੇ ਵਿੱਚ, ਇਹ ਉਹ ਗੁਣ ਨੇ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੰਨੀ ਰਹਿਮਤ ਕੀਤੀ ਸਿੱਖ ਧਰਮ ਦੇ ਵਿੱਚ, ਸਿੱਖ ਬੀਬੀਆਂ ਨੂੰ ਪ੍ਰਚਾਰ ਦਾ ਵੀ ਸੇਵਾ ਦਿੱਤੀ ਮਹਾਰਾਜ ਨੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਹਿਲੀ ਸਿੱਖ ਬਾਬਾ ਨਾਨਕ ਜੀ ਦੀ ਜਿਹੜਾ ਸਿੱਖ ਧਰਮ ਸ਼ੁਰੂ ਹੋਇਆ, ਉਹਦੀ ਬੀਬੇ ਨਾਨਕੀ ਜੀ ਪਹਿਲੀ ਸਿੱਖ ਹੋਈ ਆ। ਦੂਜੇ ਸਿੱਖ ਰਾਏ ਬੁਲਾਰ ਜੀ ਹੋਏ ਨੇ। ਚਲੋ ਹੁਣ ਬੀਬੇ ਜੀ ਦੇ ਅਸੀਂ ਜੀਵਨ ਦੇ ਦਰਸ਼ਨ ਕਰੀਏ, ਬੀਬੇ ਜੀ ਤੋਂ ਅਸੀਸਾਂ ਲਈਏ ਕਿ ਤੁਸੀਂ ਕਿੰਨੇ ਕੁ ਬੀਬੇ ਜੀ ਪਿਆਰੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ। ਸੋ ਜਦੋਂ 5 ਸਾਲਾਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਫਿਰ ਆਪਣੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੋਇਆ। ਉਹ ਬੇਬੇ ਜੀ ਨੇ ਤੁਸੀਂ ਦੇਖੋ ਵੀ ਕਿੰਨਾ ਕੁ ਆਪਣੇ ਵੀਰ ਨੂੰ ਖਿਲਾਇਆ ਹੋਊਗਾ, ਗੋਦੀ ਚੱਕ ਕੇ। ਵੱਡੀ ਭੈਣ ਹੈ 5 ਸਾਲਾਂ ਦੀ, ਜੇ ਤਾਂ 2-3 ਸਾਲਾਂ ਦਾ ਫਰਕ ਹੋਵੇ ਫਿਰ ਹੋਰ ਗੱਲ ਹੈ। 5 ਸਾਲ ਦੀ ਬੱਚੀ ਕਿੰਨਾ ਚੱਕ ਕੇ ਖਿਲਾਇਆ ਹੋਊਗਾ, ਕਿਵੇਂ ਲੋਰੀਆਂ ਦਿੱਤੀਆਂ ਹੋਗੀਆਂ, ਕਦੀ ਸੁਲਾਇਆ ਹੋਏਗਾ, ਕਦੀ ਖਿਲਾਇਆ ਹੋਏਗਾ, ਕਦੀ ਜਲ ਪਾਣੀ ਛਕਾਇਆ ਹੋਏਗਾ, ਖੇਡੇ ਹੋਣਗੇ ਇਕੱਠੇ। ਸੋ ਇਹ ਕਿਹੋ ਜਿਹਾ ਬੀਬੇ ਨਾਨਕੀ ਜੀ ਨੂੰ ਇੱਕ ਅਲੌਕਿਕ ਇਹ ਸਮਾਂ ਮਿਲਿਆ ਇਸ ਸੰਸਾਰ ਵਿੱਚ, ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ। ਕਿਤਨਾ ਪ੍ਰੇਮ ਕਰਦੇ ਬੇਬੇ ਜੀ, ਕਿਤਨਾ ਪ੍ਰੇਮ ਕਰਦੇ ਨੇ ਬਾਬਾ ਜੀ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ। ਤੇ ਜਦੋਂ ਪਿਤਾ ਜੀ ਝਿੜਕਾਂ ਮਾਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਬੇਬੇ ਜੀ ਮੂਹਰੇ ਆ ਖੜਦੇ ਆ, ਬੇਬੇ ਨਾਨਕੀ ਜੀ, ਵੀ ਮੈਂ ਆਪਣੇ ਵੀਰ ਨੂੰ ਕੁਛ ਕਹਿਣ ਨਹੀਂ ਦੇਣਾ। ਪਰ ਪਿਤਾ ਜੀ ਨੇ ਹੱਕੇ ਆ, ਉਹ ਕਹਿ ਸਕਦੇ ਨੇ। ਬਹੁਤ ਵਾਰ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ। ਸੋ ਕਿੰਨੀ ਵਾਰ ਝਿੜਕਿਆ, ਜਦੋਂ ਪੜ੍ਹਨ ਭੇਜਿਆ ਉੱਥੇ ਵੀ ਫਿਰ ਮੱਝੀਆਂ ਚਾਰਨ ਭੇਜਿਆ, ਉੱਥੋਂ ਵੀ ਉਲਾਮੇ ਲੈ ਕੇ ਆ ਗਏ। ਤੋ ਝਿੜਕਾਂ ਪੈਂਦੀਆਂ ਰਹੀਆਂ, ਲੇਕਿਨ ਬੇਬੇ ਜੀ ਸਾਹਮਣੇ ਅੜ ਜਾਂਦੇ ਸਨ। ਹੁਣ ਜਦੋਂ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਭੇਜਿਆ, ਉਦੋਂ ਭਾਈ ਬਾਲਾ ਜੀ ਨੇ ਆ ਕੇ ਜਦੋਂ ਫਿਰ ਘਰ ਦੱਸਿਆ ਵੀ ਉਹ ਸੱਚਾ ਸੌਦਾ ਕਰਿਆ ਇਹਨੇ ਇਸ ਤਰ੍ਹਾਂ, ਤੋ ਪਿਤਾ ਜੀ ਉਹ ਫਿਰ ਦੌੜੇ ਗਏ ਗੁੱਸੇ ਦੇ ਵਿੱਚ। ਕਹਿੰਦੇ ਕਿੱਥੇ ਆ? ਉਹ ਦੱਸਿਆ ਵੀ ਉਹ ਤਲਾਬ ਦੇ ਕਿਨਾਰੇ ਬੈਠੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ। ਉਹ ਦੌੜੇ ਗਏ, ਤਾਂ ਹੁਣ ਮਾਤਾ ਤ੍ਰਿਪਤਾ ਜੀ ਨਹੀਂ ਗਏ, ਬੇਬੇ ਨਾਨਕੀ ਜੀ ਗਏ ਪਿੱਛੇ। ਤਾਂ ਜਦ ਤੱਕ ਬੇਬੇ ਨਾਨਕੀ ਜੀ ਪਹੁੰਚਦੇ, ਜਾਨੋਂ ਪਿਤਾ ਜੀ ਨੇ ਗੁੱਸੇ ਹੋ ਕੇ, ਸੋ ਭਾਈ ਬਾਲੇ ਜੀ ਵਾਲੀ ਸਾਖੀ ਵਿੱਚ ਜ਼ਿਕਰ ਹੈ ਕਿ ਦੋਨਾਂ ਗੱਲਾਂ ਦੇ ਉੱਤੇ ਚਪੇੜਾਂ ਮਾਰੀਆਂ ਉਹਨਾਂ ਨੇ। ਤੇ ਜਦ ਤੱਕ ਬੇਬੇ ਜੀ ਪਹੁੰਚੇ, ਫਟਾਫਟ ਜਾ ਕੇ ਪਿਤਾ ਜੀ ਨੂੰ ਫੜ ਲਿਆ, ਘੁੱਟ ਕੇ ਜੱਫੀ ਪਾ ਲਈ। ਕਹਿੰਦੇ ਇੰਨੇ ਠੰਡੇ, ਇੰਨੇ ਸੀਤਲ ਸਨ, ਪਿਤਾ ਜੀ ਦਾ ਸਾਰਾ ਹੀ ਗੁੱਸਾ ਇੱਕਦਮ ਸ਼ਾਂਤ ਹੋ ਗਿਆ। ਤਾਂ ਫਿਰ ਨਾਲ ਕਿਹਾ ਵੀ ਤੁਸੀਂ ਇਹਨਾਂ ਨੂੰ ਕੁਛ ਨਾ ਕਹੋ। ਉਹ ਫਿਰ ਦੱਸਦੇ, ਕਹਿੰਦੇ ਦੇਖ ਨਾਨਕੀ, ਪਿਤਾ ਜੀ ਕਹਿੰਦੇ ਨੇ, ਦੇਖ ਮੇਰੇ ਪੈਸੇ ਉਜਾੜ ਕੇ ਆ ਗਿਆ, ਉਹ ਆ ਗਿਆ। ਕਹਿੰਦੇ ਆ ਪਿਤਾ ਜੀ ਤੁਹਾਡੀ ਦ੍ਰਿਸ਼ਟੀ ਨਹੀਂ, ਉਹ ਤੁਸੀਂ ਦੇਖ ਹੀ ਨਹੀਂ ਪਾਉਂਦੇ, ਇਹ ਰੱਬ ਦਾ ਰੂਪ ਹੈ, ਇਹ ਰੱਬ ਆਇਆ ਇਸ ਧਰਤੀ ਦੇ ਉੱਤੇ। ਸੋ ਇਹ ਪੀ ਰਿਹਾ। ਉਹ ਬੇਬੇ ਜੀ ਜਾਣਦੇ ਸਨ, ਬੇਬੇ ਨਾਨਕ ਜੀ, ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੌਣ ਨੇ। ਬਾਕੀ ਸਾਰਿਆਂ ਤੇ ਹੀ ਭਰਮ ਭੁਲੇਖੇ ਪਏ ਹੋਏ ਸਨ। ਬੇਬੇ ਨਾਨਕ ਜੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ, ਜਿਨ੍ਹਾਂ ਦੀ ਦ੍ਰਿਸ਼ਟੀ ਨਹੀਂ ਪਛਾਣ ਲਿਆ ਵੀ ਇਹ ਪੀਰ ਆ, ਇਹ ਰੱਬ ਹੈ, ਰੱਬ ਦੀ ਜੋਤ ਹੈ। ਸੋ ਪਿਤਾ ਜੀ ਨੇ ਬਹੁਤ ਵਾਰ ਝਿੜਕਣਾ, ਤਾਂ ਬੇਬੇ ਜੀ ਨੇ ਹਰ ਵਾਰ ਰੋਕਣਾ। ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਬੇਬੇ ਤੂੰ ਮੈਨੂੰ ਜਾਣਦੀ ਹੈ, ਤੂੰ ਅਸਾਂ ਨੂੰ ਸਮਝਦੀ ਹੈ, ਲੇਕਿਨ ਬਾਕੀ ਨਹੀਂ ਸਮਝ ਰਿਹਾ। ਮਤਲਬ ਵੀ ਤਾਂ ਉਹਨਾਂ ਨੂੰ ਰੋਕੋ ਨਾ। ਇੰਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਿਆਲੂ ਕਿਰਪਾਲੂ ਵੀ ਪਿਤਾ ਜੀ ਜਿਹੜਾ ਡਾਂਟ ਰਹੇ ਨੇ, ਉਹ ਆਪਣੇ ਹਿਸਾਬ ਨਾਲ ਇੱਕ ਪਿਤਾ ਦਾ ਪੁੱਤਰ ਅਗਰ ਉਸ ਜ਼ਮਾਨੇ ਦੇ ਵਿੱਚ ਇੰਨੀ ਵੱਡੀ ਰਕਮ 20 ਰੁਪਏ ਜਿਹੜਾ ਬਿਜ਼ਨਸ ਕਰਨ ਗਿਆ ਹੋਵੇ, ਸਾਰੇ ਦਾ ਸਾਰਾ ਵੰਡ ਕੇ ਆ ਗਿਆ ਹੋਵੇ, ਤਾਂ ਸੰਸਾਰਿਕ ਪਿਤਾ ਤਾਂ ਫਿਰ ਆਪਣੇ ਪੁੱਤਰ ਨੂੰ ਡਾਂਟੇਗਾ, ਝਿੜਕੇਗਾ, ਮਾਰੇਗਾ। ਤੋ ਉਹਨਾਂ ਦੀ ਜਗ੍ਹਾ ਤੇ ਰਹਿ ਕੇ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਸੋਚ ਰਹੇ ਨੇ ਵੀ ਆਪਣੀ ਜਗ੍ਹਾ ਉਹ ਠੀਕ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਵੀ ਸੱਚਾ ਸੌਦਾ ਹੋਇਆ। ਤਾਂ ਉਹ ਕਹਿੰਦੇ ਨੇ ਵੀ ਤੂੰ ਬੇਬੇ ਜੀ, ਬੇਬੇ ਤੂੰ ਅਸਾਂ ਨੂੰ ਜਾਣਦੀ ਹੈ, ਤੂੰ ਅਸਾਂ ਨੂੰ ਪਛਾਣਦੀ ਹੈ, ਬਾਕੀ ਨਹੀਂ ਪਛਾਣਦੇ। ਸੋ ਬੇਬੇ ਨੂੰ ਰੋਕ ਰਹੇ ਨੇ, ਬੇਬੇ ਜੀ ਤੁਸੀਂ ਨਾ ਉਹਨਾਂ ਨੂੰ ਕਿਹਾ ਕਰੋ। ਅੱਗੋਂ ਬੇਬੇ ਜੀ ਕਹਿੰਦੇ ਨੇ ਨਹੀਂ, ਕਹਿੰਦੇ ਮੈਨੂੰ ਕੋਈ ਕੁਛ ਕਹਿ ਦੇਵੇ ਮੈਂ ਆਪਣੇ ਤਨ ਤੇ ਹੰਢਾ ਲਵਾਂਗੀ, ਮੇਰੇ ਪੀਰ ਨੂੰ ਕੋਈ ਕੁਛ ਕਹੇ ਤਾਂ ਮੇਰੇ ਕੋ ਕਹਿੰਦੇ ਜ਼ਰ ਨਹੀਂ ਹੁੰਦਾ।
ਮੇਰਾ ਕਲੇਜਾ ਜਿਹੜਾ ਆ ਉਹ ਬਿੰਨਿਆ ਜਾਂਦਾ, ਇੰਨਾ ਕੁ ਪਿਆਰ ਆਪਣੇ ਗੁਰੂ ਦੇ ਨਾਲ, ਆਪਣੇ ਇਸ਼ਟ ਦੇ ਨਾਲ, ਆਪਣੇ ਪੀਰ ਦੇ ਨਾਲ। ਸੋ ਫਿਰ ਬੇਬੇ ਨਾਨਕੀ ਜੀ ਦਾ ਜਿਹੜਾ ਸ਼ਾਦੀ ਹੈ, ਵਿਆਹ ਹੈ, ਉਹ ਸੁਲਤਾਨਪੁਰ ਕਰ ਦਿੱਤਾ ਗਿਆ। ਜਿਹੜੇ ਰਾਏ ਬੁਲਾਰ ਜੀ ਨੇ ਨਾ, ਇਹਨਾਂ ਦੇ ਹੀ ਰਿਸ਼ਤੇਦਾਰ ਲੱਗਦੇ ਨੇ ਦੌਲਤ ਖਾਂ ਲੋਧੀ। ਉਹਨਾਂ ਨੇ ਦੋਨਾਂ ਨੇ ਸਲਾਹ ਕਰਕੇ, ਰਾਏ ਬੁਲਾਰ ਜੀ ਨੇ ਕਿਹਾ ਸੀ ਬਹੁਤ ਸੁਘੜ ਸਿਆਣੀ ਬੱਚੀ ਹੈ ਸਾਡੇ ਇੱਥੇ ਰਾਏ ਭੋਏ ਦੀ ਤਲਵੰਡੀ ਦੀ, ਤੇ ਉਹਨਾਂ ਦਾ ਰਿਸ਼ਤਾ ਫਿਰ ਉਹਨਾਂ ਨੇ ਭਾਈ ਜੈ ਰਾਮ ਜੀ ਦੇ ਨਾਲ ਕਰਵਾਇਆ ਸੀ। ਉਹ ਵੀ ਰੈਵਨਿਊ ਅਫਸਰ ਨੇ, ਬੜੇ ਵੱਡੇ ਨੇ, ਉਹਨਾਂ ਦਾ ਬੜਾ ਸਟੇਟਸ ਹੈ, ਬੜਾ ਰੁਤਬਾ ਹੈ। ਤਾਂ ਉੱਥੇ ਬੇਬੇ ਜੀ ਦਾ ਵਿਆਹ ਕਰ ਦਿੱਤਾ ਗਿਆ। ਬੇਬੇ ਜੀ ਆਪਣੇ ਸਹੁਰੇ ਘਰ ਚਲੇ ਗਏ ਨੇ। ਤਾਂ ਉਦੋਂ ਆਪਣਾ ਇੱਕ ਕਲਚਰ ਵਿੱਚ ਇਸ ਤਰ੍ਹਾਂ ਸੀ ਕਿ ਜਦੋਂ ਲੜਕੀ ਵਿਆਹੀ ਜਾਵੇ ਤਾਂ ਫਿਰ ਭਰਾ ਕੁਛ ਦਿਨਾਂ ਬਾਅਦ ਜਾਂਦਾ ਸੀ ਮਿਲਣ। ਨਾਲੇ ਮਿਲ ਆਉਣਾ, ਸਾਰਾ ਹਾਲ ਚਾਲ ਪੁੱਛ ਆਉਣਾ, ਨਾਲੇ ਪਤਾ ਚੱਲ ਜਾਣਾ ਸਾਡੀ ਕੁੜੀ ਸੁਖੀ ਵੱਸ ਰਹੀ ਹੈ ਕਿ ਨਹੀਂ। ਸੋ ਫਿਰ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਭੇਜਿਆ ਵੀ ਆਪਣੇ ਨਾਨਕੀ ਜੀ ਨੂੰ ਕਹਿੰਦੇ ਦੇਖ ਕੇ ਆਓ ਤੁਸੀਂ। ਤੇ ਨੌਕਰ ਨਾਲ ਭੇਜਿਆ। ਇਹ ਅਮੀਰ ਲੋਕ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੈਸੇ ਵੱਲੋਂ ਬਹੁਤ, ਵੈਸੇ ਸਤਿਗੁਰ ਤਾਂ ਵੈਸੇ ਹੀ ਅਮੀਰ ਨੇ, ਲੇਕਿਨ ਪੈਸੇ ਵੱਲੋਂ ਬੜਾ ਅਮੀਰ ਨੇ। ਤੇ ਬਹੁਤ ਸਾਰੀਆਂ ਵਸਤਾਂ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਨੌਕਰ ਨੇ ਉਹ ਚੱਕੀਆਂ ਤਾਂ ਉੱਥੇ ਪਹੁੰਚਦੇ ਨੇ ਸੁਲਤਾਨਪੁਰ। ਔਰ ਉਹ ਬੇਬੇ ਜੀ ਵੀ ਬਹੁਤ ਉਦਾਸ ਹੋਏ ਪਏ ਨੇ। ਗੁਰੂ ਨਾਨਕ ਅੱਛਾ, ਉਹ ਕਿਹਨੂੰ ਯਾਦ ਕਰ ਰਹੇ ਨੇ? ਨਾ ਪਿਤਾ ਨੂੰ, ਨਾ ਮਾਤਾ ਨੂੰ, ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ ਯਾਦ ਕਰ ਰਹੇ ਨੇ। ਅਸੀਂ ਤਾਂ ਇੱਥੇ ਹੀ ਫਸੇ ਹੋਏ ਰਿਸ਼ਤੇਦਾਰਾਂ 'ਚ, ਸਾਡੀ ਤਾਂ ਸੁਰਤੀ ਇੱਥੇ ਹੈ। ਲੇਕਿਨ ਉਹ ਦੇਖੋ ਮਹਾਰਾਜ ਜੀ ਕਿਹਨੂੰ ਯਾਦ ਕਰ ਰਹੇ ਨੇ? ਆਪਣੇ ਪੀਰ ਨੂੰ, ਆਪਣੇ ਇਸ਼ਟ ਨੂੰ, ਆਪਣੇ ਰਹਿਬਰ ਨੂੰ ਯਾਦ ਕਰ ਰਹੇ ਨੇ। ਸੋ ਦਰਵਾਜ਼ਾ ਖੁੱਲ੍ਹਿਆ, ਉਹ ਵੀ ਨੌਕਰਾਂ ਚਾਕਰਾਂ ਵਾਲਾ ਘਰ ਹੈ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੱਸਿਆ ਉਹਨਾਂ ਦੀ ਕੰਮਵਾਲੀ ਨੇ, ਕਿਹਾ ਤੇਰਾ ਵੀਰ ਆਇਆ। ਸੋ ਬੇਬੇ ਜੀ ਉੱਠੇ, ਭੱਜੇ ਦਰਵਾਜ਼ੇ ਵੱਲ ਨੂੰ ਗਏ ਤਾਂ ਚਰਨੀ ਹੱਥ ਲਾਉਣਾ ਚਾਹਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਮਹਾਰਾਜ ਨੇ ਰੋਕ ਲਿਆ ਰਾਹ 'ਚ, ਬਾਹਾਂ ਪਕੜ ਲਈਆਂ, ਕਿਹਾ ਨਾ ਬੇਬੇ, ਤੁਸਾਂ ਅਸਾਂ ਤੋਂ ਵੱਡੇ ਹੋ। ਤਾਂ ਬੇਬੇ ਜੀ ਨੇ ਕਿਹਾ ਸੱਚ ਜਾਣੀ, ਵੀਰ ਕਰਕੇ ਨਹੀਂ, ਪੀਰ ਕਰਕੇ ਮੈਂ ਮੱਥਾ ਟੇਕਦੀ ਹਾਂ। ਸੋ ਇਹ ਇੰਨੀ ਬੇਬੇ ਜੀ ਦੀ ਜਿਹੜੀ ਆ ਸੁਰਤੀ ਉੱਚੀ ਹੈ, ਉਹ ਸਮਝ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਤੋ ਫਿਰ ਮਹਾਰਾਜ ਜੀ ਆ ਗਏ ਨੇ। ਬੇਬੇ ਜੀ ਨੇ ਕਿਹਾ ਰੁਕੋ, ਬਹੁਤਾ ਰੁਕੇ ਨਹੀਂ, ਆ ਗਏ ਨੇ, ਕਿਉਂਕਿ ਆਪਣੀ ਬੰਦਗੀ, ਆਪਣੇ ਇਕਾਂਤਵਾਸ ਵਿੱਚ, ਔਰ ਪਤਾ ਹੈ ਵੱਡਾ ਵੱਡਾ ਮਿਸ਼ਨ ਹੈ। ਸੋ ਹੁਣ ਅਸੀਂ ਸੰਗਤ ਜੀ ਉੱਥੇ ਚਲੀਏ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਤਾ ਜੀ ਜਦੋਂ ਦੇਖਿਆ ਵੀ 20 ਰੁਪਏ ਵੀ ਮਹਾਰਾਜ ਜੀ ਜਿਹੜੇ ਨੇ ਪਿਤਾ ਜੀ ਦੇ ਹਿਸਾਬ ਨਾਲ ਉਹ ਵੀ ਖਰਾਬ ਕਰਕੇ ਆ ਗਏ, ਉਹ ਫਿਰ ਪੰਡਤ ਹਰਦਿਆਲ ਜੀ ਦੇ ਪਾਸ ਗਏ। ਉਹ ਪੰਡਤ ਹਰਦਿਆਲ ਜੀ ਜਿਹੜਾ ਅਸੀਂ ਪਿਛਲੇ ਸਾਖੀ ਵਿੱਚ ਸੁਣ ਲਿਆ ਸੀ, ਪਿਛਲੇ ਆਪਣੇ ਸੈਸ਼ਨ ਦੇ ਵਿੱਚ, ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਾਰਾ ਹਿਸਾਬ ਕਿਤਾਬ ਲਗਾ ਕੇ ਦੱਸਿਆ ਸੀ ਵੀ ਇਹ ਤਾਂ ਰਾਜਿਆਂ ਦਾ ਰਾਜਾ ਹੋਵੇਗਾ, ਜੋਗੀਆਂ ਦਾ ਜੋਗੀ ਹੋਵੇਗਾ, ਨਾਥਾਂ ਦਾ ਨਾਥ ਹੋਵੇਗਾ, ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਵੀ ਛਤਰਪਤੀ ਰਾਜੇ ਵੀ ਇਹਦੇ ਦਾਸ ਹੋ ਜਾਣਗੇ, ਇੰਨੇ ਸ਼ੁਭ ਗੁਣਾਂ ਦੀ ਰਾਸ ਪੂੰਜੀ ਲੈ ਕੇ ਆਇਆ। ਉਹ ਫਿਰ ਪਿਤਾ ਜੀ ਪੰਡਿਤ ਜੀ ਪਾਸ ਜਾਂਦੇ ਨੇ। ਪੰਡਿਤ ਜੀ ਬੜੇ ਨੇਕ ਨੇ, ਮਹਾਂਪੁਰਖਾਂ ਵਾਲਾ ਉਹਨਾਂ ਦਾ ਜੀਵਨ ਹੈ, ਭਲੇ ਪੁਰਸ਼ ਨੇ। ਤੇ ਬਾਬਾ ਜੀ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਨੇ। ਬਾਬਾ ਮਹਿਤਾ ਕਾਲੂ ਜੀ ਕਹਿੰਦੇ ਨੇ, ਪੰਡਿਤ ਜੀ ਸਾਡੇ ਮਨ ਵਿੱਚ ਤੁਹਾਡਾ ਬੜਾ ਸਤਿਕਾਰ ਆ, ਤੁਹਾਡੇ ਹਿਸਾਬ ਕਿਤਾਬ ਹਮੇਸ਼ਾ ਹੀ ਠੀਕ ਹੁੰਦੇ ਨੇ। ਮੇਰੇ ਨਾਨਕ ਦਾ ਤੁਸੀਂ ਹਿਸਾਬ ਕਿਤਾਬ ਲਗਾਇਆ, ਉਹ ਕਿਤੇ ਗਲਤ ਤਾਂ ਨਹੀਂ ਲਗਾਇਆ ਗਿਆ? ਪੰਡਿਤ ਜੀ ਨੇ ਪੁੱਛਿਆ ਕੀ ਗੱਲ? ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀ ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਇਹ ਤਾਂ ਕਦੀ ਮੱਝਾਂ ਚਾਰਨ ਗਿਆ ਮੈਨੂੰ ਉਲਾਂਭੇ ਦਵਾ ਦਿੰਦਾ, ਕਦੀ ਉੱਥੇ ਗਿਆ ਮੈਨੂੰ ਉਲਾਂਭੇ ਦਵਾ ਦਿੰਦਾ, ਹੁਣ ਮੈਂ 20 ਰੁਪਏ ਦਿੱਤੇ ਉਹ ਮੇਰੇ ਉਜਾੜ ਕੇ ਆ ਗਿਆ। ਵੀ ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਿਆ ਮੇਰੇ ਪੁੱਤਰ ਦਾ ਹਿਸਾਬ ਲਾਉਂਦਿਆਂ? ਕਿਉਂਕਿ ਉਹ ਪੰਡਤ ਹਰਦਿਆਲ ਜੀ ਕਹਿੰਦੇ ਨੇ, ਉਹ ਨਹੀਂ ਨਹੀਂ, ਕੋਈ ਭੁਲੇਖਾ ਨਹੀਂ ਲੱਗਿਆ, ਬਿਲਕੁਲ ਹਿਸਾਬ ਠੀਕ ਲਗਾਇਆ। ਉਹ ਕਹਿੰਦੇ ਤੁਸੀਂ ਕਹਿੰਦੇ ਛਤਰਪਤੀ ਹੋਏ ਇਸਕੇ ਦਾਸ, ਉਹ ਤਾਂ ਮੇਰੇ ਪੈਸੇ ਉਜਾੜੀ ਜਾਂਦਾ। ਉਹ ਕਹਿੰਦੇ ਛਤਰ ਤਾਂ ਹਾਲੇ ਵੀ ਝੁੱਲ ਰਿਹਾ, ਝੁੱਲਦਾ ਰਹਿਣਾ ਆ, ਪਰ ਤੁਹਾਡੀ ਦ੍ਰਿਸ਼ਟੀ ਨੇ ਦੇਖ ਨਹੀਂ ਪਾਣਾ। ਤਾਂ ਪੰਡਤ ਹਰਦਿਆਲ ਜੀ ਨੇ ਕਿਹਾ ਕਿ ਮੈਂ ਇਹ ਗੱਲ ਇੱਕ ਕਹਿਣੀ ਭੁੱਲ ਗਿਆ ਸੀ ਵੀ ਜਿੰਨੇ ਵੀ ਸੰਬੰਧੀ ਨੇ ਨਾ, ਉਹਨਾਂ ਨੇ ਨਹੀਂ ਪਛਾਣ ਪਾਣਾ। ਤਾਂ ਤੁਹਾਨੂੰ ਮਾਤਾ ਪਿਤਾ ਨੇ ਵੀ, ਤੁਸੀਂ ਵੀ ਜੀਵਨ ਦੇ ਅਖੀਰਲੇ ਦਿਨਾਂ 'ਚ ਪਛਾਣ ਪਾਓਗੇ ਵੀ ਇਹ ਕਿਹੜੀ ਜੋਤ ਹੈ, ਤੁਹਾਡੇ ਤੇ ਵੀ ਮਾਇਆ ਦਾ ਪਰਦਾ ਪਿਆ ਰਹਿਣਾ। ਸੋ ਬੇਬੇ ਨਾਨਕੀ ਜੀ ਨੇ ਪਛਾਣ ਲਿਆ ਸੀ। ਪਰਮਾਤਮਾ ਨੇ ਇਹ ਬਖਸ਼ਿਸ਼ ਬੇਬੇ ਨਾਨਕੀ ਜੀ ਨੂੰ ਧਰੋਂ ਦਰਗਾਹੋਂ ਹੀ ਦੇਖ ਕੇ ਭੇਜੀ ਸੀਗੀ। ਉਹਨਾਂ ਨੇ ਬਚਪਨ ਤੋਂ ਪਛਾਣ ਲਈ ਸੀ ਕੌਣ ਹੈ। ਫਿਰ ਰਾਏ ਬੁਲਾਰ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ, ਉਹ ਕਿਉਂਕਿ ਉਹਨਾਂ ਨੂੰ ਕੋਲ ਅਕਸਰ ਆਉਂਦੇ ਸਨ, ਰੈਵਨਿਊ ਅਫਸਰ ਸਨ। ਉਹਨਾਂ ਨੇ ਕਿਹਾ ਵੀ ਤੁਸੀਂ ਇਹ ਪਿਤਾ ਜੀ ਜਿਹੜਾ ਝਟਕੇ ਮਾਰਦੇ ਰਹਿੰਦੇ ਨੇ, ਇਹ ਰਾਏ ਬੁਲਾਰ ਜੀ ਨੇ ਵੀ ਰੱਬ ਕਰਕੇ, ਖੁਦਾ ਕਰਕੇ ਜਾਣਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ। ਸੋ ਪੁਰਸ਼ਾਂ ਵਿੱਚੋਂ ਪਹਿਲੇ ਸਿੱਖ ਉਹ ਨੇ ਜਿਨ੍ਹਾਂ ਨੇ ਖੁਦਾ ਜਾਣਿਆ।
ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਿਤਾ ਜੀ ਤਾਂ ਇਹਨਾਂ ਨੂੰ ਝਟਕਾ ਹੀ ਮਾਰਦੇ ਰਹਿੰਦੇ ਨੇ। ਉਹ ਨਹੀਂ ਜਾਣਦੇ ਵੀ ਇਹਨਾਂ ਦੀ ਇਹ ਕੌਣ ਆ, ਇਹ ਖੁਦਾ ਨੇ, ਇਹ ਰੱਬੀ ਜੋਤ ਆ, ਇਹ ਨਹੀਂ ਸਮਝਦੇ। ਕਿਉਂਕਿ ਜਦੋਂ ਪਿਤਾ ਜੀ ਝਿੜਕਿਆ ਕਰਦੇ ਸਨ ਨਾ, ਰਾਏ ਬੁਲਾਰ ਜੀ ਵੀ ਕਿਹਾ ਕਰਦੇ ਸਨ ਵੀ ਤੁਸੀਂ ਨਾ ਝਿੜਕਿਆ ਕਰੋ। ਉਹ ਕਹਿੰਦੇ ਕੀ ਕਰਾਂ ਪਿਤਾ ਜੀ ਕਹਿੰਦੇ ਸਨ। ਹੈਂ, ਵੀ ਜੋ ਮੈਂ ਕਹਿੰਦਾ ਉਵੇਂ ਨਹੀਂ ਕਰਦਾ, ਉਹ ਜੋ ਮੈਂ ਸਮਝਾਉਂਦਾ ਹੈ ਮੇਰੀ ਤਾਂ ਦੌਲਤ ਉਡਾਈ ਜਾਂਦਾ ਹੈ। ਤਾਂ ਅੱਗੇ ਰਾਏ ਬੁਲਾਰ ਜੀ ਨੇ ਕਿਹਾ ਸੀ ਤੁਹਾਡੀ ਦ੍ਰਿਸ਼ਟੀ 'ਚ ਤੁਸੀਂ ਨਹੀਂ ਜਾਣ ਪਾਉਂਦੇ। ਕਹਿੰਦੇ ਦੇਖੋ, ਰਾਏ ਬੁਲਾਰ ਜੀ ਨੇ ਕਿਹਾ, ਉਦੋਂ ਬਾਲਕ ਹਾਲੇ ਬਾਲਪਨ ਵਿੱਚ ਸਨ ਗੁਰੂ ਮਹਾਰਾਜ, ਕਹਿੰਦੇ ਦੇਖੋ ਇਸ ਬਾਲਕ ਦੇ ਦੋਨਾਂ ਹੱਥਾਂ ਵਿੱਚ ਬਰਕਤਾਂ ਦੇ ਦਰਿਆ ਜਿਹੜੇ ਵਗਦੇ ਪਏ ਨੇ। ਸੋ ਉਹਨਾਂ ਦੀ ਉਹ ਦ੍ਰਿਸ਼ਟੀ ਸੀਗੀ। ਸੋ ਉਹਨਾਂ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਸੁਲਤਾਨਪੁਰ ਕੋਈ ਨਾ ਕੋਈ ਜਿਹੜਾ ਕਿਰਤ ਜਿਹੜੀ ਆ ਲੱਭ ਕੇ ਦੇ ਦਿਓ, ਤਾਂ ਕਿ ਪਿਤਾ ਜੀ ਦੀਆਂ ਝੜਕਾਂ ਨਾ ਖਾਣ, ਮੇਰੇ ਕੋਲ ਵੀ ਬਰਦਾਸ਼ਤ ਨਹੀਂ ਹੁੰਦਾ। ਸੋ ਸੁਲਤਾਨਪੁਰ ਲੋਧੀ ਜਿਹੜਾ ਉੱਥੇ ਭਾਈ ਜੈ ਰਾਮ ਜੀ ਲੈ ਗਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਮੋਦੀ ਖਾਨੇ ਦੇ ਵਿੱਚ ਮਹਾਰਾਜ ਜੀ ਨੂੰ ਉਹ ਜਿਹੜੀ ਕਿਰਤ ਕਰ ਰਹੇ ਨੇ। ਉੱਥੇ ਵੀ ਸਾਨੂੰ ਪਤਾ ਸਾਰਿਆਂ ਨੂੰ 13 ਕੀਤਾ ਮਾਰੇ ਨੇ। ਇੰਨੀ ਸ਼ੋਭਾ ਹੋਈ ਉੱਥੇ ਸੁਲਤਾਨ ਵਿੱਚ ਪੁਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਕਿਉਂਕਿ ਜਿਹੜਾ ਮਹਾਰਾਜ ਦੀ ਆਪਣੀ ਬੜੀ ਅੱਛੀ ਇਨਕਮ ਹੈ ਉੱਥੇ, ਬਹੁਤ ਜ਼ਿਆਦਾ ਅੱਛੀ ਜੋਬ ਦੇ ਉੱਤੇ ਨੇ, ਅੱਛੀ ਇਨਕਮ ਹੈ। ਤਾਂ ਸਾਰੀ ਵੰਡੀ ਜਾਂਦੇ ਨੇ ਲੋਕਾਂ ਵਿੱਚ, ਗਰੀਬਾਂ ਵਿੱਚ, ਸਾਧਾਂ ਸੰਤਾਂ ਦੇ ਵਿੱਚ। ਤੇ ਉਹ ਜਦੋਂ ਤੋਲਦੇ ਵੀ ਨੇ ਤਾਂ ਹੁਣ ਬਰਕਤਾਂ ਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੱਥਾਂ ਵਿੱਚ ਕੀ ਹੈ? ਸਭ ਨਿਧਾਨ, 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਸੋ ਉਹਨਾਂ ਦੀ ਤਲੀ 'ਚ ਸਾਰੀਆਂ ਬਰਕਤਾਂ ਨੇ, ਤਾਂ ਖੁੱਲੇ ਭੰਡਾਰੇ ਜਿਹੜੇ ਨੇ ਉਹ ਵੰਡੀ ਜਾ ਰਹੇ ਨੇ, ਵੰਡੀ ਜਾ ਰਹੇ ਨੇ। ਤਾਂ ਉਹ ਜਿਹੜੀਆਂ ਖਬਰਾਂ ਵੀ ਪਹੁੰਚੀਆਂ ਸੀਗੀਆਂ ਵੀ ਗੁਰੂ ਮਹਾਰਾਜ ਦੀਆਂ, ਵੀ ਦੇਖੋ ਮੋਦੀ ਖਾਨੇ ਦੇ ਵਿੱਚ ਸ਼ਿਕਾਇਤ ਗਈ ਸੀ ਵੀ ਇਹ ਤਾਂ ਤੁਹਾਡਾ ਲੁਟਾਈ ਜਾਂਦਾ ਹੈ। ਉਹ ਹਿਸਾਬ ਕੀਤਾ ਤਾਂ ਫਿਰ ਮਹਾਰਾਜ ਦਾ ਵਾਧਾ ਆ ਗਿਆ। ਸੋ ਇਹ ਬਰਕਤਾਮਈ ਸਤਿਗੁਰ ਸੱਚੇ ਪਾਤਸ਼ਾਹ ਜੀ। ਤਾਂ ਉੱਥੇ ਵੀ ਜਦੋਂ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹਿਸਾਬ ਕਿਤਾਬ ਹੋਣ ਲੱਗਿਆ, ਤਾਂ ਜਿਹੜੇ ਭਾਈ ਜੈ ਰਾਮ ਜੀ ਨੇ ਉਹ ਡੋਲ ਗਏ। ਉਹਨਾਂ ਨੇ ਕਿਹਾ ਵੀ ਮੈਂ ਲੈ ਕੇ ਆਇਆ ਸੀ, ਮੈਂ ਜੋਬ ਤੇ ਲਵਾਇਆ ਸੀ, ਵੀ ਇੰਨਾ ਸਾਰਾ ਰੌਲਾ ਪਿਆ ਹੋਇਆ, ਕਿੰਨੇ ਦਿਨ ਹਿਸਾਬ ਕਿਤਾਬ ਚੱਲ ਰਿਹਾ, ਵੀ ਮੇਰਾ ਕੀ ਬਣੇਗਾ? ਨਵਾਬ ਆ ਦੌਲਤ ਲੋਧੀ ਖਾਨ ਜਿਹੜਾ ਹੈਗਾ ਆ। ਲੇਕਿਨ ਬੀਬੀ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਸੀ ਪਤੀ ਪਰਮੇਸ਼ਵਰ ਜੀ ਤੁਸੀਂ ਭਰੋਸਾ ਰੱਖੋ, ਇਹ ਕੌਤਕ ਹੈ, ਸਭ ਤੁਹਾਨੂੰ ਪਤਾ ਚੱਲ ਜਾਏਗਾ ਸਾਰਾ ਕੁਝ ਕੀ ਨਿਕਲੇਗਾ। ਸੋ ਉਵੇਂ ਹੀ ਹੋਇਆ, ਫਿਰ ਕੌਤਕ ਦਾ ਪਤਾ ਚੱਲ ਗਿਆ। ਫਿਰ ਉਹ ਜਿਹੜਾ ਨਵਾਬ ਸੀਗਾ ਦੌਲਤ ਖਾਂ ਲੋਧੀ, ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿੱਚ ਚਰਨਾਂ ਵਿੱਚ ਝੁਕਿਆ। ਸੋ ਉਹਨੇ ਕਿਹਾ ਸੀ ਨਾਨਕ ਜੀ, ਜਦੋਂ ਮਹਾਰਾਜ ਨੇ ਜਾਣਾ ਸੀਗਾ ਸੰਸਾਰਿਕ ਸੇਵਾ ਕਰਨ ਦੇ ਲਈ ਉਦਾਸੀਆਂ ਤੇ, ਕਿਹਾ ਸੀ ਨਾਨਕ ਜੀ ਨਾ ਜਾਓ ਮੇਰੀ ਨਗਰੀ ਛੱਡ ਕੇ। ਖੁਦਾ ਦਾ ਦੇਣਦਾਰ ਹੋਵੇਗਾ ਜਿਹੜਾ ਤੁਹਾਡੇ ਈਮਾਨ ਦੇ ਉੱਤੇ ਸ਼ੱਕ ਕਰੇ। ਸਾਰੀ ਚਾਬੀਆਂ ਲਓ, ਮੋਦੀ ਖਾਨਾ ਤੁਹਾਡਾ ਹੋਇਆ। ਸੋ ਇੰਨੀ ਸ਼ੋਭਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉੱਤੇ। ਹੁਣ ਪਿਤਾ ਜੀ ਵੀ ਜਦੋਂ ਕਦੀ-ਕਦੀ ਮਿਲਣ ਜਾਂਦੇ ਨੇ ਨਾ ਤੇ ਤਲਵੰਡੀ ਤੋਂ ਸੁਲਤਾਨਪੁਰ, ਤਾਂ ਇੰਨੀ ਸ਼ੋਭਾ ਹੁੰਦੀ ਹੈ ਆਪਣੇ ਪੁੱਤਰ ਦੀ, ਸੁਣ ਕੇ ਤਾਂ ਬੜੇ ਖੁਸ਼ ਨੇ ਵੀ ਮੇਰਾ ਪੁੱਤਰ ਪੈਸਾ ਵੀ ਕਮਾ ਰਿਹਾ, ਐਡੀ ਸ਼ੋਭਾ ਵੀ ਹੋ ਰਹੀ। ਤੇ ਜਾ ਕੇ ਪੁੱਛਿਆ ਪੈਸਾ ਕੀ ਜੋੜਿਆ ਪੁੱਤਰ? ਜੋੜਿਆ ਤਾਂ ਹੁਣ ਨਾਮ ਦੀ ਕਮਾਈ ਜੋੜੀ ਹੋਈ ਹੈ, ਮਹਾਰਾਜ ਨੇ ਤਾਂ ਵੰਡੀ ਜਾ ਰਹੇ ਨੇ। ਪਿਤਾ ਜੀ ਫੇਰ ਪਰੇਸ਼ਾਨ। ਸੋ ਇਵੇਂ ਬੇਬੇ ਨਾਨਕੀ ਜੀ ਇੱਕ ਇਹੋ ਜਿਹੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਇੰਨਾ ਭਰੋਸਾ, ਕਿਉਂ ਉਹ ਜਾਣਦੇ ਨੇ ਕੌਣ ਨੇ। ਤੇ ਜਦੋਂ ਵੇਈਂ ਨਦੀ ਦੇ ਵਿੱਚ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ 3 ਦਿਨ ਰਹੇ ਨੇ, ਤਾਂ ਸਾਰਾ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ। ਕਿਸੇ ਨੇ ਕਿਹਾ ਡੁੱਬ ਗਿਆ, ਕਿਸੇ ਨੇ ਕਿਹਾ ਵੀ ਮੋਦੀਖਾਨੇ ਹਿਸਾਬ ਹੋਇਆ ਸੀ, ਸ਼ਾਇਦ ਫਿਰ ਚੰਗਾ ਨਹੀਂ ਲੱਗਿਆ, ਭਾਵੇਂ ਹਿਸਾਬ ਸਹੀ ਨਿਕਲਿਆ, ਵੀ ਉਹ ਅੰਦਰੋਂ ਚੰਗਾ ਨਹੀਂ ਲੱਗਿਆ, ਮੇਰਾ ਹਿਸਾਬ ਕਿਉਂ ਹੋਇਆ? ਕਿਸੇ ਨੇ ਕੁਛ, ਕਿਸੇ ਨੇ ਕੁਛ। ਭਾਈ ਜੈ ਰਾਮ ਜੀ ਫਿਰ ਘਰ 'ਚ ਮੰਜੇ ਤੇ ਪਏ ਨੇ ਵੀ ਮੈਂ ਬੇਬੇ ਨਾਨਕੀ ਦੇ ਮਾਤਾ-ਪਿਤਾ ਨੂੰ ਕੀ ਜਵਾਬ ਦੇਵਾਂਗਾ? ਮੈਂ ਤਾਂ ਨੌਕਰੀ ਤੇ ਇੱਥੇ ਲੈ ਕੇ ਆਇਆ, ਸਾਰਾ ਕੁਛ ਕੀਤਾ, ਤੇ ਜੇ ਨਾਨਕ ਨੂੰ ਕੁਛ ਹੋ ਗਿਆ? ਫਿਰ ਬੇਬੇ ਜੀ ਨੇ ਕਿਹਾ ਪਤੀ ਪਰਮੇਸ਼ਵਰ ਜੀ ਤੁਸੀਂ ਭਰੋਸਾ ਰੱਖੋ, ਇਹ ਸਭ ਕੌਤਕ ਨੇ। ਔਰ ਬੀਬੀਆਂ ਜਦੋਂ ਬੇਬੇ ਜੀ ਨੂੰ ਜਾ ਕੇ ਕਹਿੰਦੀਆਂ ਸਨ ਵੀ ਤੇਰਾ ਵੀਰ ਮਿਲਿਆ ਨਹੀਂ, ਗੋਤਾਖੋਰ ਲੱਭ ਰਹੇ ਨੇ, 3 ਦਿਨ ਹੋ ਗਏ ਨੇ, ਉਹ ਡੁੱਬ ਗਿਆ, ਲੋਕ ਕਹਿਣ ਲੱਗ ਗਏ ਸਨ। ਬੀਬੀ ਜੀ ਨੇ ਕਿਹਾ ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ, ਉਹ ਕਿਵੇਂ ਡੁੱਬ ਸਕਦਾ ਹੈ? ਸੋ ਇੰਨਾ ਭਰੋਸਾ, ਇੰਨੀ ਅਚਲ ਅਡੋਲ ਅਵਸਥਾ ਬੀਬੀ ਜੀ ਦੀ। ਪ੍ਰੇਮ ਕਿੰਨਾ ਕਰਦੇ ਨੇ ਬੇਬੇ ਜੀ, ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿੰਨਾ ਬੇਬੇ ਜੀ ਨੂੰ ਸਤਿਕਾਰ ਪ੍ਰੇਮ ਦਿੰਦੇ ਨੇ। ਜਦੋਂ ਰਬਾਬ ਲੈਣੀ ਹੈ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਵੀ ਭਾਈ ਮਰਦਾਨਾ ਜੀ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਆਏ ਔਰ ਕਿਹਾ ਭਾਈ ਜੀ ਰਬਾਬ ਖਰੀਦੀਏ ਤਾਂ ਕੀਰਤਨ ਦਾ ਹੋਰ ਆਨੰਦ ਬਣੇਗਾ। ਸੋ ਕਹਿੰਦੇ ਨੇ ਪੈਸੇ ਜਿਹੜੇ ਨੇ ਉਹ ਬੇਬੇ ਜੀ ਕੋਲੋਂ ਲੈਣੇ ਨੇ।
ਜਦਕਿ ਆਪ ਐਡੀ ਵੱਡੀ ਮਹਾਰਾਜ ਦੇ ਕੋਲ ਖਜ਼ਾਨਿਆਂ ਦੇ ਭਰਪੂਰ ਨੇ, ਲੇਕਿਨ ਉਹ ਇੱਕ ਮਾਣ ਉੱਥੇ ਵੀ ਇੱਕ ਔਰਤ ਨੂੰ, ਇੱਕ ਇਸਤਰੀ ਨੂੰ ਮਾਣ ਦਿੱਤਾ ਵੀ ਇਹਨੂੰ ਧਰਮ ਵਿੱਚ ਅਸੀਂ ਸ਼ਾਮਿਲ ਕਰਨਾ। ਰਬਾਬ ਜਿਹੜੀ ਹੈ ਬੇਬੇ ਦੇ ਪੈਸਿਆਂ ਦੀ ਲੈਣੀ ਹੈ, ਸਤਿਕਾਰ ਦੇਣ ਦੇ ਲਈ ਮਹਾਰਾਜ ਜੀ। ਸੋ ਬੀਬੇ ਜੀ ਕੋਲ ਜਦੋਂ ਭਾਈ ਮਰਦਾਨਾ ਜੀ ਜਾ ਕੇ ਕਹਿੰਦੇ ਨੇ ਕਿ ਬਾਬਾ ਜੀ ਨੇ ਕਿਹਾ ਕਿ ਰਬਾਬ ਲੈਣ ਖਰੀਦਣੀ, ਤੁਸੀਂ ਪੈਸੇ ਦਿਓ, ਤਾਂ ਬੀਬੇ ਜੀ ਵੀ ਮੁੱਠੀ ਭਰ ਕੇ ਬਿਨਾਂ ਗਿਣੇ ਔਰ ਕਹਿੰਦੇ ਵਧੀਆ ਲੈ ਕੇ ਆਇਓ, ਕੋਈ ਕੰਜੂਸੀ ਨਹੀਂ ਕਰਨੀ। ਤਾਂ ਇੰਨਾ ਰੂਹਾਨੀਅਤ ਤੌਰ ਤੇ ਜਾਣਦੇ ਨੇ ਵੀ ਇਹ ਰਬਾਬ ਦਾ ਪਤਾ ਹੈ ਵੀਰ ਕੋਲ ਪੈਸਾ ਬਥੇਰਾ, ਪਰ ਇਹ ਵਿੱਚ ਮੈਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਨੇ ਆਪਣੀ ਇਸ ਯਾਤਰਾ ਦੇ ਵਿੱਚ। ਪ੍ਰੇਮ ਕਿੰਨਾ ਕਰਦੇ ਨੇ ਬੀਬੀ ਜੀ। ਸੋ ਜਦੋਂ ਭਾਈ ਮਰਦਾਨਾ ਜੀ ਨਹੀਂ ਮੰਨ ਰਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ, ਉਹ ਕਹਿੰਦੇ ਨੇ ਵੀ ਅਸੀਂ ਭਾਈ ਮਰਦਾਨਾ ਜੀ ਆਂਦੇ ਨੇ ਕਿ ਤੁਹਾਨੂੰ ਤਲਵੰਡੀ ਪਿਤਾ ਜੀ ਉਡੀਕਦੇ ਨੇ, ਪਰਿਵਾਰ ਜਿਹੜਾ ਯਾਦ ਕਰਦਾ, ਤੁਸੀਂ ਚਲੋ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਾਂ ਭਾਈ ਭਾਈ ਜੀ ਤੁਸੀਂ ਭਲਾ ਯਾਦ ਕਰਵਾਇਆ ਸਾਨੂੰ, ਸਾਡਾ ਬਹੁਤ ਵੱਡਾ ਪਰਿਵਾਰ ਸਾਨੂੰ ਉਡੀਕਦਾ, ਸਾਰਾ ਜਹਾਨ ਸਾਡਾ ਪਰਿਵਾਰ ਹੈ, ਚਲਿਏ ਕਹਿੰਦੇ। ਤਾਂ ਭਾਈ ਮਰਦਾਨਾ ਜੀ ਕਹਿੰਦੇ ਨਹੀਂ, ਮੇਰੇ ਤਾਂ ਬਾਲ ਬੱਚੇ ਛੋਟੇ ਨੇ, ਮੈਂ ਨਹੀਂ ਜਾਣਾ। ਹੁਣ ਤਲਵੰਡੀ ਵੀ ਨਹੀਂ ਜਾ ਸਕਦੇ ਕਿਉਂਕਿ ਲੈ ਕੇ ਜਾਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਲਵੰਡੀ। ਉੱਧਰ ਸਤਿਗੁਰੂ ਜੀ ਤਰੀਕੇ ਨਾਲ ਮਨਾਉਂਦੇ ਰਹਿੰਦੇ, ਭਾਈ ਮਰਦਾਨਾ ਜੀ ਨਹੀਂ ਮੰਨਦੇ। ਇੱਕ ਦਿਨ ਕਹਿੰਦੇ ਹੁਣ ਬਾਬਾ ਜੀ ਅਸੀਂ ਤਾਂ ਜਾਣਾ ਤਲਵੰਡੀ। ਮਹਾਰਾਜ ਕਹਿੰਦੇ ਵੱਡਾ ਪਰਿਵਾਰ ਉਡੀਕਦਾ, ਚੱਲੀਏ? ਕਹਿੰਦੇ ਨਾ ਜੀ, ਭਾਈ ਮਰਦਾਨਾ ਜੀ ਨਹੀਂ ਮੰਨੇ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖਿਆ ਨਹੀਂ ਮੰਨੇ, ਤਾਂ ਜੁਗਤ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ, ਇਹਨਾਂ ਨੂੰ ਮਨਾ ਕੌਣ ਸਕਦਾ। ਕਹਿੰਦੇ ਚੰਗਾ, ਫਿਰ ਤਲਵੰਡੀ ਜਾਣ ਤੋਂ ਪਹਿਲਾਂ ਬੇਬੇ ਜੀ ਨੂੰ ਮਿਲ ਲਿਓ। ਹੁਣ ਭਾਈ ਮਰਦਾਨਾ ਜੀ ਬੇਬੇ ਜੀ ਕੋਲ ਗਏ, ਪੈਰੀਂ ਹੱਥ ਲਾਇਆ, ਅਸੀਸ ਮਿਲੀ, ਤੇ ਦੱਸਿਆ ਜੀ ਮੈਂ ਚੱਲਿਆ ਤਲਵੰਡੀ ਔਰ ਬਾਬਾ ਚੱਲਿਆ ਪਰਦੇਸ। ਇਹ ਨਹੀਂ ਪਤਾ ਵੀ ਕਿੰਨੇ ਵਰਸਾਂ ਨੂੰ ਵਾਪਸ ਆਉਣਗੇ, ਮਤਲਬ ਕਿੰਨੇ ਸਾਲਾਂ ਨੂੰ ਵਾਪਸ ਆਉਣਗੇ। ਜਦੋਂ ਇੰਨੀ ਗੱਲ ਕਹੀ ਤਾਂ ਬੇਬੇ ਜੀ ਦਾ ਅੱਖਾਂ ਵਿੱਚੋਂ ਗੰਗਾ ਜਮਨਾ ਦੀਆਂ ਝੜੀਆਂ ਛਿੜ ਪਈਆਂ, ਮਤਲਬ ਨੇਤਰ ਅੰਜੂ, ਇਕੱਲੇ ਹੀ ਜਾ ਰਹੇ ਨੇ ਪਰਦੇਸ, ਇਹ ਵੀ ਨਹੀਂ ਪਤਾ ਕਦੋਂ ਮੁੜਨਾ। ਤੇ ਉਹ ਭਾਈ ਜੈ ਰਾਮ ਜੀ, ਉਹਨਾਂ ਨੇ ਦੇਖਿਆ ਵੀ ਬੇਬੇ ਜੀ ਦਾ ਧੀਰਜ ਹੀ ਨਹੀਂ ਧਰਦੇ, ਇਹ ਤਾਂ ਬੜੇ ਠਰੰਮੇ ਵਾਲੇ ਨੇ, ਅੱਜ ਇਹਨਾਂ ਨੂੰ ਕੀ ਹੋ ਗਿਆ। ਤਾਂ ਫਿਰ ਉਹਨਾਂ ਨੇ ਕਿਹਾ ਜੀ ਦੇਖੋ ਮਰਦਾਨਾ ਕੀ ਕਹਿੰਦਾ ਹੈ। ਇਹ ਕਹਿੰਦਾ ਮੈਂ ਚੱਲਿਆ ਤਲਵੰਡੀ, ਬਾਬਾ ਚੱਲਿਆ ਪਰਦੇਸ, ਔਰ ਪਤਾ ਹੀ ਨਹੀਂ ਕਿੰਨੇ ਵਰਸਾਂ ਨੂੰ ਮੁੜਨਾ। ਅਗਰ ਮਰਦਾਨਾ ਨਾਲ ਜਾਂਦਾ ਫਿਰ ਮੈਂ ਧੀਰਜ ਧਰਦੀ, ਹੁਣ ਮਰਦਾਨਾ ਨਹੀਂ ਨਾਲ ਚੱਲਿਆ ਤਾਂ ਫਿਰ ਮੇਰਾ ਜਿਹੜਾ ਹੈ ਦਿਲ ਥੰਮਦਾ ਨਹੀਂ। ਇਹ ਆਪਣੇ ਪਤੀ ਨੂੰ ਵੀ ਮਨਾ ਲਿਆ ਇਸ ਕੰਮ ਦੇ ਵਿੱਚ। ਤੋ ਭਾਈ ਜੈ ਰਾਮ ਜੀ ਉਹ ਕੀ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ, ਉਹ ਕਹਿੰਦੇ ਆ ਭਾਈ ਮਰਦਾਨੇ ਨੂੰ, ਐਡੇ ਵੱਡੇ ਆਫਿਸਰ ਨੇ, ਉਹਨਾਂ ਦਾ ਰੋਬ ਵੀ ਹੈ, ਤੇ ਭਾਈ ਮਰਦਾਨੇ ਜੀ ਨੂੰ ਕਹਿੰਦੇ ਨੇ ਕਿ ਤੁਹਾਡੇ ਤੋੜ ਵਿਛੋੜ ਸਾਨੂੰ ਚੰਗੇ ਨਹੀਂ ਲੱਗਦੇ, ਤੁਸੀਂ ਉਹਨਾਂ ਦੇ ਨਾਲ ਹੀ ਜਾਓ। ਅੱਗੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਜੀ ਉਹ ਗੱਲ ਤਾਂ ਠੀਕ ਹੈ, ਲੇਕਿਨ ਮੈਂ ਬਾਲ ਬੱਚੇਦਾਰ ਹਾਂ, ਛੋਟੇ ਛੋਟੇ ਮੇਰੇ ਬੱਚੇ ਨੇ, ਉਹਨਾਂ ਦੀ ਰਿਜ਼ਕ ਦਾ ਕੋਈ ਪ੍ਰਬੰਧ ਨਹੀਂ ਵੀ ਮੈਂ ਹੀ ਕਮਾਨਾ ਤਾਂ ਬੱਚੇ ਪਲਦੇ ਨੇ। ਭਾਈ ਜੈ ਰਾਮ ਜੀ ਕਹਿੰਦੇ ਨੇ ਤੁਹਾਡੇ ਬੱਚਿਆਂ ਦਾ ਰਿਜ਼ਕ ਦਾ ਪ੍ਰਬੰਧ ਸਮਝ ਲਓ ਹੋ ਗਿਆ। ਉਹ ਸ੍ਰੀ ਚੰਦ ਜੀ ਨੂੰ ਵੀ ਉਹਨਾਂ ਨੇ ਗੋਦ ਲਿਆ ਸੀ, ਕਹਿੰਦੇ ਜਿਵੇਂ ਅਸੀਂ ਸ੍ਰੀ ਚੰਦ ਨੂੰ ਪਾਲ ਰਹੇ ਹਾਂ ਇਵੇਂ ਹੀ ਤੁਹਾਡੇ ਬੱਚਿਆਂ ਦਾ ਪ੍ਰਬੰਧ। ਮਤਲਬ ਇੰਨੇ ਲੈਵਲ ਤੇ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲੀ ਹੈਲਪ ਕਰਨ ਨੂੰ ਭਾਈ ਜੈ ਰਾਮ ਜੀ ਤਿਆਰ ਹੋ ਗਏ, ਕਿਉਂਕਿ ਉਹ ਵੀ ਜਾਣਦੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੌਣ ਨੇ, ਬੇਬੇ ਨਾਨਕੀ ਦੇ ਥਰੂ ਜਾਣਦੇ ਨੇ। ਭਾਈ ਜੈ ਰਾਮ ਜੀ ਅਕਸਰ ਬੇਬੇ ਜੀ ਨੂੰ ਕਿਹਾ ਕਰਦੇ ਸਨ, ਨਾਨਕੀ ਜੀ ਪਰਮੇਸ਼ਵਰ ਜੀ ਧੰਨ, ਕਰਤਾਰ ਜੀ ਧੰਨ, ਕਦੀ ਕਰਤਾਰ ਜੀ ਕਹਿ ਦੇਣਾ, ਕਦੀ ਪਰਮੇਸ਼ਵਰ ਜੀ। ਸੋ ਕਹਿਣਾ ਨਾਨਕੀ ਜੀ ਪਰਮੇਸ਼ਵਰ ਜੀ ਧੰਨ, ਕਰਤਾਰ ਜੀ ਧੰਨ, ਨਾਨਕੀ ਜੀ ਨਾਨਕ ਜੀ ਧੰਨ, ਨਾਨਕੀ ਜੀ ਤੁਸੀਂ ਵੀ ਧੰਨ। ਫਿਰ ਨਾਲ ਕਹਿਣਾ ਤੁਹਾਡੇ ਕਰਕੇ ਥੋੜੇ ਥੋੜੇ ਅਸਾਂ ਵੀ ਧੰਨ, ਕਿਉਂਕਿ ਤੁਹਾਡੇ ਕਰਕੇ ਸਾਡਾ ਜਿਹੜਾ ਰਿਸ਼ਤਾ ਉਹ ਨਾਨਕ ਜੀ ਦੇ ਨਾਲ ਜੁੜਿਆ। ਸੋ ਉਹ ਵੀ ਜਾਣਦੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਹੜੇ ਰੂਹਾਨੀਅਤ ਦੇ ਮਾਲਕ ਨੇ। ਸੋ ਭਾਈ ਮਰਦਾਨੇ ਜੀ ਨੂੰ ਕਿਹਾ ਵੀ ਉਹ ਸਾਰਾ ਤੁਹਾਡੇ ਬੱਚਿਆਂ ਦਾ ਖਰਚਾ ਅਸੀਂ ਚੱਕਾਂਗੇ, ਤੁਸੀਂ ਨਾਲ ਜਾਓ। ਤਾਂ ਭਾਈ ਮਰਦਾਨਾ ਜੀ ਨੇ ਸਤ ਵਚਨ ਕੀਤਾ। ਹੁਣ ਭਾਈ ਮਰਦਾਨਾ ਜੀ ਜਦੋਂ ਚੱਲੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਸ, ਤਾਂ ਬੇਬੇ ਜੀ ਨੇ ਕਿਹਾ ਕਿ ਉਹਨਾਂ ਨੂੰ ਕਹੋ ਸਾਨੂੰ ਮਿਲ ਕੇ ਜਾਣਾ। ਤਾਂ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭੈਣ ਨਾਨਕੀ ਜੀ ਦੇ ਘਰ ਵਿੱਚ ਨਹੀਂ ਸਨ ਰਹਿੰਦੇ, ਉਹ ਬਾਹਰ ਆਪਣੀ ਕੁਟੀਆ ਬਣਾ ਕੇ ਉੱਥੇ ਰਿਹਾ ਕਰਦੇ ਸਨ, ਉੱਥੇ ਕੀਰਤਨ ਕਰਨਾ, ਬੰਦਗੀ ਕਰਨੇ। ਤਾਂ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ, ਤਾਂ ਜਾ ਕੇ ਕਹਿੰਦੇ ਨੇ ਅਸਾਂ ਨੇ ਤੁਹਾਡੇ ਨਾਲ ਹੀ ਜਾਣਾ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਭਾਈ ਮਰਦਾਨਾ ਜੀ, ਕਹਿੰਦੇ ਸ਼ੁਕਰ ਹੈ ਕਰਤਾਰ ਦਾ, ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਸੀ। ਫਿਰ ਕਹਿੰਦੇ ਨੇ ਬੇਬੇ ਜੀ ਯਾਦ ਕਰਦੇ ਨੇ, ਬੇਬੇ ਜੀ ਨੂੰ ਮਿਲ ਕੇ ਚੱਲਾਂਗੇ।
ਕਹਿੰਦੇ ਹਾਂਜੀ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੇਬੇ ਜੀ ਨੂੰ ਮਿਲਣ ਜਾਂਦੇ ਨੇ, ਬੇਬੇ ਜੀ ਫੇਰ ਪੈਰੀਂ ਹੱਥ ਲਾਉਣਾ ਚਾਹੁੰਦੇ ਨੇ, ਮਹਾਰਾਜ ਨੇ ਫੇਰ ਰੋਕਿਆ, ਹੈ ਨਾ। ਕਿਹਾ ਬੇਬੇ, ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੀ ਕਿਹਾ ਬੇਬੇ ਨਾਨਕੀ ਨੂੰ, ਬੇਬੇ ਤੂੰ ਅਸਾਂ ਤੋਂ ਵੱਡੀ ਹੈ, ਤੂੰ ਪਰਮੇਸ਼ਵਰ ਦੀ ਪਿਆਰੀ ਹੈ, ਸੋ ਇੰਝ ਨਾ ਕਰ। ਤਾਂ ਬੇਬੇ ਜੀ ਫੇਰ ਕਹਿੰਦੇ ਨੇ, ਮੈਂ ਵੀਰ ਜਾਣ ਕੇ ਨਹੀਂ, ਮੈਂ ਤਾਂ ਪੀਰ ਜਾਣ ਕੇ ਕਰ ਰਹੀ ਹਾਂ ਇਸ ਤਰ੍ਹਾਂ। ਸੋ ਇਹ ਇਤਨਾ ਇੱਕ ਰੂਹਾਨੀਅਤ ਦਾ ਰਿਸ਼ਤਾ ਹੈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਤਾ ਜਾਣਾ ਹੈ, ਤਾਂ ਬੇਬੇ ਨਾਨਕੀ ਜੀ ਅੰਦਰ ਜਾਂਦੇ ਨੇ ਔਰ ਮੁੱਠੀ ਭਰ ਕੇ ਫਿਰ ਮੋਹਰਾਂ ਦੀ ਲੈ ਆਉਂਦੇ ਨੇ, ਭਾਈ ਮਰਦਾਨਾ ਦੀ ਜੇਬ ਵਿੱਚ ਪਾਉਂਦੇ ਨੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਇਹ ਵਾਪਸ ਮੁੜੋ, ਇਹ ਨਹੀਂ ਨਾਲ ਲੈ ਕੇ ਜਾਣੇ। ਤੇ ਬੇਬੇ ਜੀ ਕਹਿੰਦੇ ਨੇ, ਮੈਂ ਆਪਣੀ ਖੁਸ਼ੀ ਨਾਲ ਦੇ ਰਹੀ ਹਾਂ, ਰਾਹ ਵਿੱਚ ਖਾਣਾ ਪੀਣਾ ਕਿਤੇ ਜ਼ਰੂਰਤ ਪੈ ਸਕਦੀ, ਮੈਂ ਖੁਸ਼ੀ ਨਾਲ ਦੇ ਰਹੀ ਹਾਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬੇਬੇ ਜੀ ਇਸ ਦੀ ਜ਼ਰੂਰਤ ਨਹੀਂ। ਭਾਈ ਮਰਦਾਨਾ ਜੀ ਕੋਲੋਂ ਮੁੜਾ ਕੇ ਹਟੇ, ਫਿਰ ਕਿਹਾ ਵੀ ਤੁਸੀਂ ਅਗਰ ਕੁਝ ਦੇਣਾ ਹੀ ਚਾਹੁੰਦੇ ਹੋ ਨਾ, ਫਿਰ ਸਾਨੂੰ ਕਰਤਾਰ ਦੇ ਪਾਸ ਸੌਂਪ ਦਿਓ। ਬੇਬੇ ਜੀ ਨੂੰ ਪਤਾ ਹੈ ਜਾਣਾ ਹੈ, ਪਰ ਅੰਦਰੋਂ ਰੂਹ ਜਿਹੜੀ ਉਹ ਨਹੀਂ ਛੱਡ ਰਹੀ ਵੀ ਨਹੀਂ ਜਾਣ ਦੇਣਾ। ਸੋ ਇਹ ਪਰਮਾਤਮਾ, ਇਹ ਜਿਹੜਾ ਗੁਰੂ ਹੈ, ਇਹ ਆਪਣੇ ਭਗਤਾਂ ਦੇ ਨਾਲ ਇੰਨਾ ਪ੍ਰੇਮ ਕਰਦਾ, ਇੰਨਾ ਪ੍ਰੇਮ ਕਰਦਾ, ਆਪਣੇ ਭਗਤਾਂ ਨੂੰ ਮਨਾਉਂਦਾ। ਸੋ ਹੋਰ ਕਿਸੇ ਨੂੰ ਨਹੀਂ ਮਨਾਇਆ, ਨਾ ਪਿਤਾ ਨੂੰ, ਨਾ ਮਾਤਾ ਨੂੰ, ਨਾ ਹੋਰ ਬੜੇ ਸਭ ਨੇ ਕੋਲ, ਨਾ ਪੁੱਤਰ ਨਾ ਪਤਨੀ। ਇਹਦਾ ਮਤਲਬ ਬੇਬੇ ਨਾਨਕ ਜੀ ਬਹੁਤ ਉੱਚ ਦਰਜੇ ਦੇ ਭਗਤ ਨੇ, ਜਿਨ੍ਹਾਂ ਨੂੰ ਮਨਾ ਰਹੇ ਨੇ, ਜਿਨ੍ਹਾਂ ਨੂੰ ਮਤਲਬ ਅੰਦਰੋਂ ਤੁਹਾਡੀ ਰੂਹ ਪ੍ਰਵਾਨਗੀ ਦੇਵੇ। ਸੋ ਕਹਿੰਦੇ ਨੇ, ਤੁਹਾਡਾ ਅਗਰ ਕੁਛ ਦੇਣਾ ਹੀ ਚਾਹੁੰਦੇ ਹੋ ਨਾ, ਬੇਬੇ ਜੀ ਨੇ ਕਿਹਾ ਮੈਂ ਖੁਸ਼ੀ ਨਾਲ ਦੇ ਰਹੀ ਹਾਂ ਮੋਹਰਾਂ। ਕਹਿੰਦੇ ਅਗਰ ਦੇਣਾ ਹੀ ਚਾਹੁੰਦੇ ਹੋ, ਫਿਰ ਖੁਸ਼ੀ ਦੇ ਨਾਲ ਅਸਾਂ ਨੂੰ ਪਰਮੇਸ਼ਵਰ ਨੂੰ ਸੌਂਪ ਦਿਓ। ਜਿਹੜਾ ਪਰਮੇਸ਼ਵਰ ਦਾ ਕੰਮ ਅਸੀਂ ਸੇਵਾ ਕਰਨ ਜਾ ਰਹੇ ਹਾਂ, ਸਾਨੂੰ ਸੌਂਪ ਦਿਓ। ਸੋ ਬੇਬੇ ਜੀ ਕਹਿੰਦੇ ਨੇ, ਕਰਤਾਰ ਭਲੇ ਹੀ ਕਰੇਗਾ, ਅੰਦਰੋਂ ਹਾਮੀ ਮਿਲ ਗਈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲੇ ਨੇ, ਉੱਥੇ ਬੇਬੇ ਜੀ ਨੂੰ ਮੱਥਾ ਟੇਕ ਕੇ ਜਾਂਦੇ ਨੇ। ਤਾਂ ਫਿਰ ਕਹਿੰਦੇ ਨੇ, ਬੇਬੇ ਜੀ ਧੀਰਜ ਰੱਖਣਾ, ਡੋਲਣਾ ਨਹੀਂ, ਪਤਾ ਹੈ ਪ੍ਰੇਮ ਇਤਨਾ ਕਰਦੇ ਨੇ। ਤੇ ਬੇਬੇ ਜੀ ਕਹਿੰਦੇ ਨੇ, ਅਗਰ ਜਲਦੀ ਜਲਦੀ ਆ ਜਾਓਗੇ ਫਿਰ ਤਾਂ ਧੀਰਜ ਰੱਖਾਂਗੀ, ਅਗਰ ਨਹੀਂ ਆਉਂਗੇ ਫਿਰ ਤਾਂ ਮੈਂ ਡੋਲ ਜਾਵਾਂਗੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਵੀ ਤੁਸੀਂ ਯਾਦ ਕਰੋਗੇ ਨਾ, ਅਸੀਂ ਆ ਜਾਵਾਂਗੇ। ਹੁਣ ਬੇਬੇ ਜੀ ਵੀ ਬੜੇ ਸਮਝਦਾਰ ਨੇ, ਸੁਲਝੇ ਹੋਏ ਨੇ, ਪਤਾ ਨੇ ਸੰਸਾਰ ਦਾ ਕਲਿਆਣ ਕਰਨ ਗਏ ਨੇ। ਬਹੁਤ ਵਾਰ ਦਿਲੋਂ ਛਾਲੇ ਮਾਰਦਾ, ਪਰ ਹੁਣ ਕਈ ਵਾਰ ਮਾਰੇ 7-7 ਸਾਲਾਂ ਬਾਅਦ ਆਏ ਨੇ, 5 ਸਾਲਾਂ ਬਾਅਦ ਆਏ ਨੇ। ਤਾਂ ਜਦੋਂ ਜਾਣਾ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਉੱਤੇ, ਤਾਂ ਅਕਸਰ ਮਹਾਰਾਜ ਨੇ ਦੱਸਿਆ ਹੋਣਾ ਭਾਈ ਮਰਦਾਨਾ ਜੀ ਨੂੰ, ਹੁਣ ਬਈ ਅਸੀਂ ਲੰਮੇ ਦੇਸ਼, ਬਹੁਤ ਦੱਖਣ ਦੇਸ਼ ਜਾਣਾ, ਲੰਬਾ ਸਮਾਂ ਲੱਗੇਗਾ ਸਾਨੂੰ, ਲੰਬੇਰਾ ਸਮਾਂ। ਜਾਈ ਜਾ ਰਹੇ ਨੇ, ਜਾਈ ਜਾ ਰਹੇ ਨੇ, ਚੱਲ ਸੋ ਚੱਲ, ਚੱਲ ਸੋ ਚੱਲ। ਲੇਕਿਨ ਰਾਹ ਵਿੱਚ ਅਚਾਨਕ ਕਹਿ ਦੇਣਾ, ਭਾਈ ਜੀ ਚਲੋ ਸੁਲਤਾਨਪੁਰ ਚੱਲੀਏ। ਉਹਨਾਂ ਨੇ ਕਹਿਣਾ, ਬਾਬਾ ਜੀ ਹਾਲੇ ਤਾਂ ਤੁਸੀਂ ਕਿਹਾ ਅਸੀਂ ਬਹੁਤ ਅੱਗੇ ਜਾਣਾ ਹੈ। ਕਹਿੰਦੇ ਹਾਂ ਭਾਈ, ਇੱਕ ਕਦਮ ਵੀ ਨਹੀਂ ਚੱਕਿਆ ਜਾਂਦਾ। ਤਾਂ ਕਹਿਣਾ, ਬੇਬੇ ਜਿਹੜੀ ਆ ਧੀਰਜ ਨਹੀਂ ਧਰਦੀ, ਬਹੁਤ ਯਾਦ ਕਰਦੀ ਹੈ ਸਾਨੂੰ। ਸੋ ਉਹਨਾਂ ਦੇ ਪ੍ਰੇਮ ਦੇ ਕਾਰਨ ਇੱਕ ਕਦਮ ਨਹੀਂ ਸਾਡੇ ਕੋਲ ਅੱਗੇ ਤੁਰਿਆ ਜਾਂਦਾ। ਸੋ ਸੁਲਤਾਨਪੁਰ ਪਹੁੰਚ ਜਾਣਾ। ਸੋ ਸਾਖੀਆਂ ਵਿੱਚ ਤਾਂ ਲਿਖਿਆ ਵੀ ਬਹੁਤ ਸੁੰਦਰ ਸੁੰਦਰ ਪ੍ਰੇਮ ਦੇ ਨਾਲ ਲੇਖਣਕਾਰ ਦੇ ਆਪਣੇ ਇੱਕ ਭਾਵ ਹੁੰਦੇ ਨੇ। ਸੋ ਅਸੀਂ ਵੀ ਬਚਪਨ ਵਿੱਚ ਇੱਦਾਂ ਸੁਣਦੇ ਸੀ ਕਿ ਬੇਬੇ ਨਾਨਕ ਜੀ ਹਾਲੇ ਪ੍ਰਸ਼ਾਦਾ ਤਵੇ ਤੇ ਪਾਉਂਦੇ ਸੀ, ਤਾਂ ਜਦੋਂ ਯਾਦ ਕਰਦੇ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹੁੰਚ ਜਾਂਦੇ ਸਨ। ਸੋ ਕਈ ਗੱਲਾਂ ਸਿੰਬੋਲਿਕ ਵੀ ਹੁੰਦੀਆਂ ਨੇ, ਕਈ ਗੱਲਾਂ ਸੱਚ ਵੀ ਹੁੰਦੀਆਂ ਨੇ। ਇਹਨਾਂ ਤਰਕਾਂ ਤੇ ਅਸੀਂ ਨਾ ਜਾਈਏ। ਮਤਲਬ ਕਹਿਣ ਦਾ ਕਿ ਭਗਤ ਨੇ ਆਪਣੇ ਗੁਰੂ ਨੂੰ ਯਾਦ ਕੀਤਾ, ਪਰਮੇਸ਼ਵਰ ਨੂੰ ਯਾਦ ਕੀਤਾ, ਉਹ ਉੱਥੇ ਪ੍ਰਗਟ ਹੋ ਗਿਆ। ਸੋ ਬੇਬੇ ਜੀ ਨੇ ਕਹਿਣਾ, ਜਦੋਂ ਪਹੁੰਚਣਾ ਗੁਰੂ ਹੁਣੇ ਹੀ ਮੈਂ ਬਹੁਤ ਯਾਦ ਕਰਦੀ ਸੀ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਵਾਦਾ ਜੋ ਕੀਤਾ ਸੀ ਜਦੋਂ ਯਾਦ ਕਰੋਗੇ ਅਸੀਂ ਆਵਾਂਗੇ। ਸੋ ਇੰਨੀਆਂ ਇਹ ਪ੍ਰੇਮ ਦੀਆਂ ਲੀਲਾਵਾਂ। ਔਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਸੰਗਤ ਜੀ ਪਤਾ ਚੱਲ ਗਿਆ ਨਾ ਹੁਣ ਉਦਾਸੀਆਂ ਤੇ ਜਾਣਾ ਹੈ, ਉਦੋਂ ਤੱਕ 2 ਪੁੱਤਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਸੋ ਸਾਰੇ ਪਾਸੇ ਸੁਨੇਹੇ ਪਹੁੰਚ ਗਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੱਸ ਸਹੁਰੇ ਤੱਕ ਵੀ, ਸਹੁਰਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ, ਇਹਨਾਂ ਸੱਸ ਜਿਹੜੀ ਹੈ, ਦੋਨਾਂ ਤੱਕ ਖਬਰਾਂ ਪਹੁੰਚ ਗਈਆਂ। ਉਹ ਤਾਂ ਆ ਗਏ। ਤੋ ਸੱਸ ਚੰਦੋ ਰਾਣੀ ਥੋੜਾ ਸਖਤ ਸੁਭਾਅ ਸੀ, ਸਹੁਰੇ ਦਾ ਵੀ ਥੋੜਾ ਸਖਤ ਸੁਭਾਅ ਸੀ। ਤੇ ਉਹ ਆ ਗਏ, ਤਾਂ ਉਹਨਾਂ ਨੇ ਆ ਕੇ ਬੜਾ ਹੰਗਾਮਾ ਕੀਤਾ। ਹੁਣ ਬੀਬੀ ਜੀ ਜਿਹੜੇ ਆ, ਉਹ ਕਹਿੰਦੇ ਸੀ, ਦੇਖ ਮਾਸੀ, ਸੱਸ ਚੰਦੋ ਰਾਣੀ ਨੂੰ, ਦੇਖ ਮਾਸੀ ਉੱਚਾ ਨਾ ਬੋਲ, ਮੇਰੇ ਭਰਾ ਨੂੰ ਕਹਿਣ ਨਹੀਂ ਸੀ ਦਿੰਦੇ ਕੁਛ ਵੀ। ਹੁਣ ਉੱਦਾਂ ਮਿੱਠੇ ਸੁਭਾਅ ਵਾਲੇ ਨੇ, ਠੰਡੇ ਨੇ, ਠਰਮੇ ਵਾਲੇ ਨੇ, ਪਰ ਜੇ ਕੋਈ ਗਲਤ ਗੱਲ ਕਰ ਰਿਹਾ ਤਾਂ ਉੱਥੇ ਫਿਰ ਨਹੀਂ ਬੋਲਣ ਦੇ ਰਹੇ। ਤਾਂ ਦੇਖ ਮਾਸੀ ਉੱਚਾ ਨਾ ਬੋਲ, ਪੁੱਛ ਕਹਿੰਦੇ ਆਪਣੀ ਧੀ ਨੂੰ, ਕੋਈ ਹੈ ਕਮੀ ਇਸ ਨੂੰ।
ਕਦੀ ਮੇਰੇ ਵੀਰੇ ਨੇ ਝਿੜਕ ਮਾਰੀ, ਕਦੀ ਕੁਛ ਕੀਤਾ, ਕਦੀ ਇਹਨੂੰ ਤੰਗ ਕੀਤਾ, ਪੁੱਛ ਜ਼ਰਾ ਕੋਈ ਹੈ ਕਮੀ? ਤਾਂ ਅੱਗੋਂ ਸੱਸ ਚੰਦੋ ਰਾਣੀ ਨੇ ਕਿਹਾ, ਦੇਖ ਤਾਂ ਸਹੀ, ਨੌਕਰੀ ਨੂੰ ਲੱਤ ਮਾਰ ਦਿੱਤੀ, ਐਡੀ ਵੱਡੀ ਮੋਦੀਖਾਨੇ ਵਿੱਚ ਨੌਕਰੀ ਸੀ। ਤਾਂ ਫਿਰ ਉਹ ਕਹਿੰਦੇ ਨੇ, ਕੋਈ ਕਮੀ ਹੈ? ਕੋਈ ਗਹਿਣੇ ਗੱਟੇ ਦੀ, ਕੋਈ ਖਾਣ-ਪੀਣ ਦੀ, ਕੋਈ ਨੌਕਰਾਂ-ਚਾਕਰਾਂ ਦੀ ਇਸ ਘਰ ਵਿੱਚ ਕੋਈ ਕਮੀ ਹੈ? ਕਿਉਂਕਿ ਐਡੇ ਘਰ ਦੀ ਨੂੰਹ ਨੇ ਮਾਤਾ ਸੁਲੱਖਣੀ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਤਾ ਦੀ ਆਪਣੀ ਇੰਨੀ ਇਨਕਮ ਆ, ਸਾਰਾ ਇਹ ਅਮੀਰ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਕਿਹਾ ਇਹਨੂੰ ਕੋਈ ਹੈ ਕਮੀ? ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ, ਪੁੱਛ ਆਪਣੀ ਧੀ ਨੂੰ। ਔਰ ਸੰਗਤ ਜੀ, ਬੇਬੇ ਜੀ ਦਾ ਸੁਭਾਅ ਆਪਣਾ ਇਹੋ ਜਿਹਾ ਹੈ, ਮਾਤਾ ਸੁਲੱਖਣੀ ਜੀ ਨੇ ਕਦੀ ਵੀ ਬੇਬੇ ਜੀ ਦੀ ਸ਼ਿਕਾਇਤ ਨਹੀਂ ਲਗਾਈ। ਮਤਲਬ ਨਨਾਣ ਭਰਜਾਈ ਦਾ ਇਕੱਠੇ ਰਹਿਣਾ ਛੋਟੀ ਖੇਡ ਨਹੀਂ ਹੁੰਦੀ। ਕਦੀ ਵੀ ਨਹੀਂ ਉਹਨਾਂ ਨੇ ਬੇਬੇ ਜੀ ਦੀ ਕੋਈ ਸ਼ਿਕਾਇਤ, ਕਿਤੇ ਨਹੀਂ ਕੋਈ ਉਲਾਮਾ ਦਿੱਤਾ ਇਤਿਹਾਸ ਵਿੱਚ ਵੀ ਕਿ ਉਹਨਾਂ ਨੇ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਜੀ ਦੇ ਨਾਲ ਕੁਛ ਵੀ ਮਿਸਬਿਹੇਵ ਜਾਂ ਕੁਛ ਵੀ ਇਵੇਂ ਕੀਤਾ ਹੋਵੇ, ਕਿਉਂਕਿ ਅੱਗੇ ਬੜਾ ਨਨਾਣਾਂ ਜਿਹੜੀਆਂ ਤੰਗ ਕਰਦੀਆਂ ਸਨ ਭਰਜਾਈਆਂ ਨੂੰ, ਪਰ ਨਹੀਂ ਬੇਬੇ ਜੀ ਦਾ ਬੜਾ ਸੁਭਾਅ। ਪਰ ਸੱਸ ਚੰਦੋ ਰਾਣੀ ਨੂੰ ਨਹੀਂ ਕੁਛ ਕਹਿੰਦੇ ਰਹੇ। ਉਹ ਕਹਿੰਦੀ ਦੇਖ ਤਾਂ ਸਹੀ, ਮੈਨੂੰ ਤਾਂ ਪਹਿਲਾਂ ਹੀ ਲੱਛਣ ਪਤਾ ਸੀ, ਇਹ ਸਾਧੂਆਂ ਫਕੀਰਾਂ ਨਾਲ ਤੁਰਦਾ ਫਿਰਦਾ, ਹੁਣ ਚੱਲਿਆ ਘਰ-ਬਾਰ ਛੱਡ ਕੇ। ਤਾਂ ਅੱਗਿਓਂ ਬੇਬੇ ਨਾਨਕੀ ਜੀ ਕਹਿੰਦੇ ਨੇ, ਦੇਖ ਮਾਸੀ, ਮੇਰਾ ਭਰਾ ਕੋਈ ਚੋਰ ਨਹੀਂ, ਕਿਸੇ ਨੂੰ ਲੁੱਟਦਾ ਨਹੀਂ, ਕਿਸੇ ਨਾਲ ਠੱਗੀਆਂ ਨਹੀਂ ਕਰਦਾ। ਇਹ ਰੱਬ ਰੂਪ ਹੈ, ਇਹ ਸੰਸਾਰ ਦਾ ਕਲਿਆਣ ਕਰਨ ਚੱਲਿਆ। ਅੱਜ ਤੁਸੀਂ ਜਿਹੜੇ ਕਹਿੰਦੇ ਉੱਚਾ ਬੋਲਦੇ ਹੋ ਨਾ, ਕੱਲ ਨੂੰ ਤੁਸੀਂ ਵੀ ਮੰਨੋਗੇ, ਇਹਨੇ ਜੋ ਕੀਤਾ ਸੋ ਭਲਾ ਕੀਤਾ, ਸੰਸਾਰ ਦਾ ਕਲਿਆਣ ਕਰਨ ਜਾ ਰਿਹਾ। ਸੋ ਉਹਨਾਂ ਨੂੰ ਵੀ ਚੁੱਪ ਕਰਾ ਕੇ ਰੱਖ ਦਿੱਤਾ। ਕਿਸੇ ਵੀ ਤਰ੍ਹਾਂ ਦੀ, ਔਰ ਬੇਬੇ ਨਾਨਕੀ ਨੇ ਕਿਹਾ ਪੂਰੀ ਜ਼ਿੰਮੇਵਾਰੀ ਮੇਰੀ ਹੈ, ਤੁਹਾਡੀ ਧੀ ਦੀ ਵੀ ਤੇ ਤੁਹਾਡੇ ਦੋਹਤਿਆਂ ਦੀ ਵੀ। ਸੋ ਬੜੇ ਪ੍ਰੇਮ ਦੇ ਨਾਲ ਆਪਣੇ ਭਤੀਜਿਆਂ ਦਾ ਪਾਲਣ ਪੋਸ਼ਣ ਕੀਤਾ, ਆਪਣੀ ਭਰਜਾਈ ਦੇ ਨਾਲ ਪ੍ਰੇਮ ਦੇ ਨਾਲ ਰਹੇ, ਕਿ ਕਿੰਨੇ ਕੁ ਗੁਣਾਂ ਦੇ ਗੁਥਲੀ ਨੇ ਬੇਬੇ ਜੀ। ਸੋ ਚੱਲਦਾ ਰਿਹਾ ਸਿਲਸਿਲਾ। ਔਰ ਭਾਈ ਜੈ ਰਾਮ ਜੀ, ਇੱਥੋਂ ਸੰਗਤ ਜੀ ਆਪਾਂ ਬੇਬੇ ਜੀ ਦਾ ਸੁਭਾਅ ਤਾਂ ਦੇ ਰਹੇ, ਭਾਈ ਜੈ ਰਾਮ ਜੀ ਦਾ ਸੁਭਾਅ ਵੀ ਬੜਾ ਠੰਡਾ ਮਿੱਠਾ ਸੀਗਾ। ਤੋਂ ਬੜੇ ਜਦੋਂ ਸਤਿਕਾਰ ਦੇ ਨਾਲ ਜਿਹੜਾ ਉਹ ਬੇਬੇ ਜੀ ਨਾਲ ਹਮੇਸ਼ਾ ਬੋਲਦੇ ਸਨ, ਪਤੀ ਪਤਨੀ ਦਾ ਰਿਸ਼ਤਾ ਦੋਨਾਂ ਦਾ ਇਹੋ ਜਿਹਾ। ਔਰ ਬੇਬੇ ਜੀ ਕਿੰਨੇ ਕੁ ਗੁਣਾਂ ਦੇ ਗੁਥਲੀ ਹੋਣਗੇ ਕਿ ਇੰਨਾ ਕੁ ਉਹਨਾਂ ਦਾ ਸਤਿਕਾਰ ਭਾਈ ਜੈ ਰਾਮ ਜੀ ਕਰਦੇ ਸਨ, ਕੋਈ ਕੋਈ ਗੱਲ ਮੋੜ ਹੀ ਨਹੀਂ ਸਨ ਸਕਦੇ, ਵੀ ਪਤਾ ਹੈ ਕਿ ਨਜਾਇਜ਼ ਗੱਲ ਕੋਈ ਕਹਿਣ ਵਾਲੇ ਨਹੀਂ। ਤਾਂ ਇੰਨਾ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ। ਔਰ ਜਦੋਂ ਬੇਬੇ ਜੀ ਉਦੋਂ ਥੋੜਾ ਧੀਰਜ ਹੋ ਗਿਆ ਸੀ ਨਾ, ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲੇ ਨੇ ਯਾਤਰਾਵਾਂ ਦੇ ਉੱਤੇ ਸੰਸਾਰ ਦਾ ਕਲਿਆਣ ਕਰਨ, ਵੀ ਕਿਵੇਂ ਹੁਣ ਮੈਂ ਦਰਸ਼ਨਾਂ ਤੋਂ ਬਿਨਾਂ ਰਵਾਂਗੀ। ਉਦੋਂ ਭਾਈ ਜੈ ਰਾਮ ਜੀ ਨੇ ਵੀ ਤਸੱਲੀ ਦਿੱਤੀ ਸੀ ਬੇਬੇ ਜੀ ਨੂੰ ਕਿ ਹਾਂ ਨਾਨਕੀ ਜੀ, ਜਦੋਂ ਕਦੀ ਅਸੀਂ ਡੋਲੇ ਤੁਸੀਂ ਸਾਡੀ ਧੀਰਜ ਧਰੀ, ਹੈਨਾ, ਜੇ ਤੁਸੀਂ ਡੋਲ ਗਿਆ ਤਾਂ ਫਿਰ ਸਾਨੂੰ ਕੌਣ ਸੰਭੇਗਾ। ਇਹਦਾ ਮਤਲਬ ਕਿ ਬੇਬੇ ਨਾਨਕੀ ਜੀ ਬਹੁਤ ਵੱਡੀ ਸ਼ਕਤੀ, ਜਿਹੜੇ ਆਪਣੇ ਪਤੀ ਨੂੰ ਵੀ ਡੋਲਦਿਆਂ ਨੂੰ ਸਾਂਭ ਲੈਂਦੇ ਸਨ। ਸੋ ਆਪਾਂ ਔਰਤਾਂ ਘਰ 'ਚ ਕਈ ਵਾਰ ਨੈਗੇਟਿਵਿਟੀ ਫੈਲਾ ਕੇ ਨਾ ਘਰ ਦਾ ਮਾਹੌਲ ਹੀ ਹੋਰ ਤਰ੍ਹਾਂ ਕਰ ਦਿੰਦੇ ਆ। ਇਹ ਬੇਬੇ ਜੀ ਦੇ ਗੁਣ ਲੈਣ ਵਾਲੇ ਨੇ। ਔਰਤ ਬੜੀ ਵੱਡੀ ਸ਼ਕਤੀ ਹੈ ਸੰਗਤ ਜੀ, ਛੋਟੀ ਨਹੀਂ, ਬਹੁਤ ਵੱਡੀ ਸ਼ਕਤੀ। ਆਪਣੇ ਗੁਣਾਂ ਨੂੰ ਪਛਾਣੀਏ ਅਸੀਂ ਸਾਰੇ ਜਾਣੇ। ਬੇਸ਼ੱਕ ਇੱਥੇ ਜਿਹੜਾ ਔਰਤ ਦੇ ਗੁਣ ਲੈ ਕੇ ਸਾਰਿਆਂ ਨੂੰ ਇਹ ਗੁਣ ਪੈਦਾ ਕਰਨ ਨੂੰ ਕਿਹਾ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ। ਪਰ ਅੱਜ ਅਸੀਂ ਕਿਉਂਕਿ ਬੇਬੇ ਜੀ ਦੀ ਗੱਲ ਕਰ ਰਹੇ ਹਾਂ, ਸਰੀਰਕ ਰੂਪ ਦੇ ਵਿੱਚ ਜਿਹੜਾ ਔਰਤ ਧਾਰਨ ਕਰਕੇ ਆਏ ਆ, ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਵੀ ਇਹ ਗੁਣਾਂ ਨੂੰ ਅਸੀਂ ਲਈਏ। ਇਹਨਾਂ ਗੁਣਾਂ ਨੂੰ ਹੀ ਲੈ ਕੇ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਪਾਇਆ ਜਾ ਸਕਦਾ। ਤੋ ਸੰਗਤ ਜੀ ਹੁਣ ਅਸੀਂ ਉੱਥੇ ਆਈਏ, ਜਦੋਂ 3 ਉਦਾਸੀਆਂ ਹੋ ਗਈਆਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ, ਮਹਾਰਾਜ ਜੀ ਫਿਰ ਸੁਲਤਾਨਪੁਰ ਆਏ ਨੇ। 1518 ਸਨ ਆ ਗਿਆ। ਤੋ ਬੇਬੇ ਜੀ ਦਾ ਜੀਵਨ 54 ਕੁ ਸਾਲ ਦੇ ਬੇਬੇ ਜੀ ਹੋ ਚੁੱਕੇ ਨੇ, ਤੇ ਮਹਾਰਾਜ ਨੇ ਫਿਰ ਅੱਗਿਓਂ ਉਦਾਸੀ ਤੇ ਜਾਣਾ। ਤੇ ਬੇਬੇ ਜੀ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਤੁਸੀਂ ਥੋੜੇ ਕੁ ਦਿਨ ਰੁਕ ਜਾਓ। ਮਹਾਰਾਜ ਜੀ ਮੁਸਕਰਾ ਰਹੇ ਨੇ। ਹੁਣ ਸਤਿਗੁਰ ਜਾਣੀ ਜਾਣ ਨੇ, ਮੁਸਕਰਾਣਾ ਹੀ ਹੈ, ਮੁਸਕਰਾ ਰਹੇ ਨੇ। ਤੇ ਬੇਬੇ ਜੀ ਕਹਿੰਦੇ ਨੇ ਜੀ 3 ਦਿਨਾਂ ਨੂੰ ਅਸਾਂ ਇਹ ਚੋਲਾ ਤਿਆਗ ਦੇਣਾ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਦੇਹ ਨੂੰ ਵੀ ਤੁਹਾਡੇ ਹੱਥ ਲੱਗਣ, ਤੇ ਸਾਰਾ ਅੰਤਿਮ ਸਾਡਾ ਜਿਹੜਾ ਸਰੀਰਕ ਵਿਦਾਇਗੀ ਉਹ ਤੁਹਾਡੇ ਥਰੂ ਹੀ ਹੋਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਤ ਵਚਨ ਕਿਹਾ, ਔਰ ਬੇਬੇ ਜੀ ਦਾ ਕਹਿਣਾ ਕਦੀ ਨਹੀਂ ਸਨ ਮੁੜਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਕਿਉਂਕਿ ਨਜਾਇਜ਼ ਕਦੀ ਮੰਗ ਕਰਦੇ ਹੀ ਨਹੀਂ ਸਨ। ਸਾਰਾ ਜੀਵਨ ਸੰਗਤ ਜੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਕੁਛ ਨਹੀਂ ਮੰਗਿਆ। ਆਪਣੇ ਕੋਈ ਸੰਤਾਨ ਨਹੀਂ ਸੀ ਬੇਬੇ ਨਾਨਕੀ ਜੀ ਦੇ, ਔਰ ਕਿਤੇ ਵੀ ਨਹੀਂ ਆਇਆ ਇਤਿਹਾਸ ਦੇ ਵਿੱਚ ਕਿ ਬੇਬੇ ਨਾਨਕੀ ਜੀ ਨੇ ਕਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਹਾ ਹੋਵੇ ਤੁਸੀਂ ਦੌਲਤਾਂ ਵੰਡਦੇ ਹੋ ਦੀਨ ਦੁਨੀਆ ਨੂੰ, ਹੈ ਸਭ ਕੁਝ ਦਿੰਦੇ ਹੋ, ਦੁੱਧ ਪੁੱਤ ਸੰਸਾਰ ਲੋਕ ਪਰਲੋਕ, ਵੀ ਆਪਣੀ ਭੈਣ ਦੇ ਘਰ ਵੀ ਇਹ ਕਿਰਪਾ ਕਰ ਦੋ, ਨਹੀਂ ਮੰਗਿਆ।
ਕਿਉਂਕਿ ਉਹੀ ਸਿੱਖ ਆ ਜਿਹੜਾ ਹੁਕਮ ਵਿੱਚ ਹੈ, ਜਿਹੜੇ ਭਾਣੇ ਵਿੱਚ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਹੈ। ਤੇ ਉਹ ਗੁਰੂ ਦੇ ਭਾਣੇ ਵਿੱਚ ਰਹਿਣ ਵਾਲੀ ਬੀਬੀ ਨਾਨਕੀ ਜੀ। ਸੋ ਇਸ ਵੇਲੇ ਮੰਗ ਕੀਤੀ ਹੈ ਸਰ ਵੀ ਤੁਸੀਂ 3 ਦਿਨ ਰੁਕ ਜਾਓ, ਸਾਡਾ ਅੰਤਿਮ ਸਮਾਂ ਤੁਸੀਂ ਸੰਭਾਲਿਓ। ਮਹਾਰਾਜ ਜੀ ਰੁਕ ਗਏ। ਸੋ ਬੇਬੇ ਜੀ ਨੇ 3 ਦਿਨਾਂ ਬਾਅਦ ਸਰੀਰ ਆਪਣਾ ਤਿਆਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ, ਹਾਜ਼ਰੀ ਦੇ ਵਿੱਚ। ਤੇ ਮਹਾਰਾਜ ਨੇ ਸਾਰੀਆਂ ਅੰਤਿਮ ਰਸਮਾਂ ਬੇਬੇ ਜੀ ਦੀਆਂ ਆਪ ਕੀਤੀਆਂ ਨੇ, ਆਪਣੇ ਹੱਥੀਂ। ਚਿਖਾ ਨੂੰ ਵੀ ਅਗਨੀ ਆਪ ਦਿੱਤੀ ਮਹਾਰਾਜ ਜੀ ਨੇ। ਘਰ ਆ ਗਏ ਫਿਰ ਸਾਰੇ ਜਾਣੇ। ਤਾਂ ਭਾਈ ਜੈ ਰਾਮ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਬੈਠ ਕੇ ਕਹਿੰਦੇ ਨੇ, ਪਰਮੇਸ਼ਵਰ ਜੀ ਧੰਨ, ਨਾਨਕ ਜੀ ਤੁਸੀਂ ਧੰਨ, ਨਾਨਕੀ ਜੀ ਧੰਨ। ਅਸੀਂ ਵੀ ਥੋੜ੍ਹੇ ਥੋੜ੍ਹੇ ਧੰਨ, ਕਿਉਂਕਿ ਨਾਨਕੀ ਜੀ ਕਰਕੇ ਅਸੀਂ ਤੁਹਾਡੇ ਨਾਲ ਸਾਡਾ ਸੰਬੰਧ ਜੀ ਜੁੜ ਗਿਆ। ਫਿਰ ਮਹਾਰਾਜ ਨੂੰ ਕਹਿੰਦੇ ਨੇ 3 ਦਿਨ ਤੁਸੀਂ ਹੋਰ ਜੀ ਰੁਕ ਜਾਓ। ਮਹਾਰਾਜ ਜੀ ਫਿਰ ਮੁਸਕਰਾਏ। ਭਾਈ ਜੈ ਰਾਮ ਜੀ ਕਹਿੰਦੇ ਨੇ ਅਸੀਂ ਵੀ ਜੀ 3 ਦਿਨਾਂ ਨੂੰ ਆਪਣਾ ਚੋਲਾ ਤਿਆਗ ਦੇਣਾ ਹੈ। ਸੋ ਉਹਨਾਂ ਦੀ ਦ੍ਰਿਸ਼ਟੀ ਵੀ ਦੇਖੋ, ਮਤਲਬ ਕਿਹੜੀਆਂ ਉਹ ਖੇਡਾਂ ਦੇ ਮਾਲਕ ਹੋ ਗਏ। ਬੇਬੇ ਜੀ ਤਾਂ ਹੈ ਹੀ ਹੈ, ਭਾਈ ਜੈ ਰਾਮ ਜੀ ਵੀ ਕਹਿੰਦੇ ਅਸੀਂ ਵੀ 3 ਦਿਨਾਂ ਨੂੰ ਚੋਲਾ ਤਿਆਗ ਦੇਣਾ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਿਰ ਰੁਕੇ। ਸੋ ਭਾਈ ਜੈ ਰਾਮ ਜੀ ਦਾ ਵੀ ਸਾਰਾ ਅੰਤਿਮ ਵਿਦਾਇਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਹੀ ਦਿੱਤੀ ਹੈ। ਸੋ ਬੇਬੇ ਨਾਨਕੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਸ ਧਰਮ ਦੇ ਸਾਡੇ ਸਾਰਿਆਂ ਦੇ ਪੂਜਨਯੋਗ, ਸਤਿਕਾਰਯੋਗ ਪਹਿਲੇ ਸਿੱਖ ਹੋਏ ਨੇ। ਔਰ ਜੋ ਭਗਤੀ, ਜੋ ਇੱਕ ਔਰਤ ਦੇ ਗੁਣ ਨੇ, 32 ਸੁਲੱਖਣੀ ਜਿਹੜਾ ਕਿਹਾ, ਇਹ 32 ਸੁਲੱਖਣੀ ਇਹ ਮਾਲਕ ਹੈ ਇਹਨਾਂ ਗੁਣਾਂ ਦੀ ਬੇਬੇ ਨਾਨਕੀ ਜੀ। ਉਹ ਰੂਹ, ਉਹ ਭਗਤੀ ਜਿਹੜੀ ਸਰੀਰਕ ਚੋਲਾ ਧਾਰਨ ਕਰਕੇ ਆਈ ਬੇਬੇ ਨਾਨਕੀ ਜੀ। ਅਸੀਂ ਸਾਰੇ ਜਾਣੇ ਬੇਬੇ ਨਾਨਕੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ, ਨਮਸਕਾਰਾਂ ਕਰਕੇ, ਅਰਦਾਸ ਬੇਨਤੀਆਂ ਕਰਕੇ ਬੇਨਤੀਆਂ ਕਰਦੇ ਹਾਂ ਕਿ ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ, ਲੇਕਿਨ ਬੇਬੇ ਜੀ ਅੱਜ ਤੁਸੀਂ ਅਸੀਸਾਂ ਦਿਓ ਸਾਨੂੰ ਸਾਰਿਆਂ ਨੂੰ, ਸਾਡੇ ਵਿੱਚ ਇਹ ਭਗਤੀ ਵਾਲੇ ਗੁਣ ਆ ਜਾਣ, ਜਿਹਦੇ ਕਾਰਨ ਜਿਹੜਾ ਸਾਡਾ ਵਾਹਿਗੁਰੂ ਜੀ ਦੇ ਨਾਲ, ਪਾਰ ਬ੍ਰਹਮ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਜਾਵੇ। ਸਭ ਦਾ ਸੰਗਤ ਦਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੇਬੇ ਜੀ ਦੀ ਗੱਲ ਕਦੀ ਨਾ ਮੋੜਦੇ। ਸੋ ਅੱਜ ਅਸੀਂ ਬੇਬੇ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੀਆਂ ਨੇ ਕਿ ਸਾਡਾ ਗੁਰੂ ਸਾਡੇ ਤੇ ਖੁਸ਼ ਹੋ ਜਾਵੇ। ਬੇਬੇ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਡਾ ਸਾਰਿਆਂ ਦੇ ਜਿਹੜਾ ਮਹਾਰਾਜ ਜੀ ਆਪਣੇ ਚਰਨਾਂ ਨਾਲ ਜੋੜ ਕੇ ਸਾਨੂੰ ਵਾਹਿਗੁਰੂ ਜੀ ਦੇ ਵਿੱਚ ਲੀਨ ਕਰ ਦੇਣ। ਸੰਗਤ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ। ਹੋਈਆਂ ਭੁੱਲਾਂ ਗਲਤੀਆਂ ਆਪ ਜੀ ਬਖਸ਼ ਦੇਣਾ, ਆਪਣੀਆਂ ਅਸੀਸਾਂ ਹਮੇਸ਼ਾ ਬਣਾ ਕੇ ਰੱਖਣਾ। ਤੁਹਾਡੀਆਂ ਚਰਨਾਂ ਦੀ ਧੂੜੀ ਪਿੱਛੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਆਪ ਜੀ ਦੇ ਦਰਸ਼ਨ ਦੀਦਾਰੇ ਬਖਸ਼ਦੇ ਨੇ। ਵਿੱਚ ਸੰਗਤ ਹਰ ਪ੍ਰਭ ਵਸੇ ਜੋ। ਆਪ ਜੀ ਦੇ ਵਿੱਚ ਪ੍ਰਭੂ ਜੀ ਦੇ ਦਰਸ਼ਨ ਹੋ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।